हाँ जी बेटा, अज असीं रैक्टीफायर देखना है। तो रैक्टीफायर बहुत बहुत इंटरस्टिंग और बहुत आसान जिहा टॉपिक आ। ठीक है, इनू देख लो, इहदा बेसिकली दा सर्किट ही है और कुछ नहीं गा। ठीक है, रैक्टीफायर हुंदा की आ, माड़ा जिहा मैं दस देना। रैक्टीफायर वो डिवाइस आ विच कन्वर्ट्स, इट इज अ डिवाइस विच कन्वर्ट्स की, याद है किसी नू, विच कन्वर्ट्स AC इंटू DC। वो डिवाइस जिहड़ी AC दी DC बना देवे। बड़ी इंपॉर्टेंट चीज है। अल्टरनेटिंग करंट तो की बनता, डायरैक्ट करंट। अल्टरनेटिंग करंट तो की बनता पुत्रो, डायरैक्ट करंट। उस डिवाइस को मैं बोलदा रैक्टीफायर। ट्रांसफार्मर दे नाल मिक्स हो सकता, मिक्स ना कर दिओ। ट्रांसफार्मर AC दी AC रहन दिंदा, DC नहीं बनाउंदा। पर ट्रांसफार्मर च वो AC वोल्टेज नू चेंज कर दिंदा, ओदी मतलब वैल्यू जिद्दां मान लो हाई वोल्टेज तो लो वोल्टेज कर दिंदा या लो तो हाई कर दिंदा, कुछ इदां दा हो जाता। ठीक है, बट ਇਹਦੇ ਵਿੱਚ ਕੀ ਹੈ ਵੀ AC ਦੀ DC ਬਣ ਜੂ। AC ਕੌਣ ਆ, ਮੈਂ ਮਾੜਾ ਜਿਹਾ ਯਾਦ ਕਰਵਾ ਦਾਂ। ਅਲਟਰਨੇਟਿੰਗ ਕਰੰਟ, ਅਲਟਰਨੇਟਿੰਗ ਕਰੰਟ ਦੀਆਂ ਦੋਨੋਂ ਡਾਇਰੈਕਸ਼ਨਸ ਹੁੰਦੀਆਂ। DC ਕੌਣ ਆ, DC ਦੀ ਇੱਕ ਹੀ ਡਾਇਰੈਕਸ਼ਨ ਹੁੰਦੀ ਆ, ਜਾਂ ਪੋਜ਼ਿਟਿਵ ਤੇ ਜਾਂ ਨੈਗੇਟਿਵ, ਕੋਈ ਵੀ ਹੋ ਸਕਦੀ ਹੈ। ਮੈਂ ਗੱਲ ਸਮਝਾਦਾ ਮਾੜਾ ਜਿਹਾ ਵੀ ਸਰਕਟ ਚ ਕਿਵੇਂ ਚੱਲਦਾ। ਦੇਖੋ ਜਿਹੜਾ ਤਾਂ ਹੈਗੀ, ਮੰਨ ਲਓ ਆ ਬੈਟਰੀ ਲੱਗੀ ਆ, ਆ ਕੋਈ ਕੁਝ ਵੀ ਆ, ਜਿੱਦਾਂ ਮੰਨ ਲਓ ਕੋਈ ਰੈਜ਼ਿਸਟੈਂਸ ਕਹਿ ਲਓ, ਬਲਬ ਲੱਗਿਆ ਹੋਇਆ। ਹੁਣ ਜੇ ਤਾਂ ਇਹ ਬੈਟਰੀ ਲੱਗੀ ਆ ਤਾਂ ਕਰੰਟ ਦੀ ਡਾਇਰੈਕਸ਼ਨ ਕਦੇ ਵੀ ਚੇਂਜ ਨਹੀਂ ਹੁੰਦੀ, ਉਹ ਆਹੀ ਵਾਲੀ ਰਹੂਗੀ। ਇਹ ਪੋਜ਼ਿਟਿਵ ਉਧਰ ਵਾਲੇ ਪਾਸੇ ਕਰ ਦੋਗੇ, ਇੱਧਰ ਨੂੰ ਇੱਕ ਹੀ ਡਾਇਰੈਕਸ਼ਨ ਰਹੂਗੀ। ਇਹਨੂੰ ਬੋਲਦੇ DC, ਡਾਇਰੈਕਟ ਕਰੰਟ। ਪਰ ਜਦੋਂ AC ਹੋ ਜਵੇ ਤਾਂ AC 'ਚ ਕੀ ਕੇਸ ਆ, AC ਦੇ ਵਿੱਚ ਪਹਿਲੇ ਹਾਫ ਸਾਈਕਲ ਦੇ ਵਿੱਚ ਤਾਂ ਕਰੰਟ ਇਧਰੋਂ ਇੱਧਰ ਨੂੰ ਚੱਲੂਗਾ। ਅਗਲੇ ਹਾਫ ਸਾਈਕਲ 'ਚ ਕਰੰਟ ਨੇ ਡਾਇਰੈਕਸ਼ਨ ਚੇਂਜ ਕਰਕੇ ਇੱਧਰ ਨੂੰ ਚੱਲਣਾ। ਮਤਲਬ ਇਹਦੀ ਪੋਲੈਰਿਟੀ ਜਿਹੜੀ ਬੈਟਰੀ ਦੀ ਆ, ਉਹ ਇੱਕ ਹਾਫ ਸਾਈਕਲ ਵਾਸਤੇ ਆ ਪੋਜ਼ਿਟਿਵ ਆ ਨੈਗੇਟਿਵ, ਅਗਲੇ ਹਾਫ ਸਾਈਕਲ 'ਚ ਆ ਪੋਜ਼ਿਟਿਵ ਆ ਨੈਗੇਟਿਵ, ਉਸ ਤੋਂ ਅਗਲੇ ਹਾਫ ਸਾਈਕਲ 'ਚ ਆ ਪੋਜ਼ਿਟਿਵ ਆ ਨੈਗੇਟਿਵ। ਇਸੇ ਤਰੀਕੇ ਨਾਲ ਪੋਜ਼ਿਟਿਵ ਨੈਗੇਟਿਵ ਪੋਲੈਰਿਟੀ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਆ, ਤੇ ਉਹਦੇ ਨਾਲ ਜਿਹੜੀ ਇਹਦੇ ਵਿੱਚ ਡਾਇਰੈਕਸ਼ਨ ਆ ਕਰੰਟ ਦੀ, ਉਹ ਵੀ ਚੇਂਜ ਹੁੰਦੀ ਰਹਿੰਦੀ ਆ। ਠੀਕ ਆ ਨਾ, ਵੈਲਿਊ ਵੀ, ਮੈਗਨੀਟਿਊਡ ਵੀ, ਸਭ ਕੁਝ ਚੇਂਜ ਹੁੰਦਾ। ਉਹਨੂੰ ਬੋਲਦੇ ਅਲਟਰਨੇਟਿੰਗ ਕਰੰਟ। ਹੁਣ ਅਸੀਂ ਅਲਟਰਨੇਟਿੰਗ ਕਰੰਟ ਨੂੰ ਡਾਇਰੈਕਟ ਕਰੰਟ ਦੇ ਵਿੱਚ ਚੇਂਜ ਕਰਨਾ। ਡਾਇਰੈਕਟ ਕਰੰਟ ਦੀ ਡਾਇਰੈਕਸ਼ਨ ਕੋਈ ਵੀ ਅਸੀਂ ਕੰਸੀਡਰ ਕਰ ਸਕਦੇ ਹਾਂ। ਅਸੀਂ ਏਦਾਂ ਦਾ ਵੀ ਬਣਾ ਸਕਦੇ ਜਿਹੜਾ ਇਕੱਲਾ ਉੱਪਰ ਰਵੇ, ਯਾਨੀ ਕਿ ਪੋਜ਼ਿਟਿਵ ਰਵੇ। ਅਸੀਂ ਇਦਾਂ ਦਾ ਕਰੰਟ ਵੀ ਬਣਾ ਸਕਦੇ ਜਿਹੜਾ ਨੈਗੇਟਿਵ ਰਵੇ। ਦੋਨੋਂ ਤਰ੍ਹਾਂ ਦਾ ਕਰੰਟ ਜਿਹੜਾ ਹੈਗਾ ਉਹ ਇਹਦੇ ਨਾਲ ਬਣ ਜਾਂਦਾ। ਆ ਜਾਓ, ਰੈਕਟੀਫਾਇਰ ਦੋ ਤਰ੍ਹਾਂ ਦੇ ਆ ਬੇਟਾ, ਇੱਕ ਹਾਫ ਵੇਵ ਰੈਕਟੀਫਾਇਰ ਤੇ ਦੂਸਰਾ ਫੁੱਲ ਵੇਵ ਰੈਕਟੀਫਾਇਰ, ਔਰ ਦੋਨਾਂ ਦਾ ਪ੍ਰਿੰਸੀਪਲ ਇੱਕੋ ਹੀ ਆ। ਇਹ ਕਿਹੜੇ ਪ੍ਰਿੰਸੀਪਲ ਤੇ ਵਰਕ ਕਰਦਾ ਹੈਗਾ, ਇਹ ਜੰਕਸ਼ਨ ਡਾਇਓਡ ਦੀ ਵਰਕਿੰਗ ਦੇ ਬਿਹਾਵ ਤੇ ਕਰਦਾ। ਜੰਕਸ਼ਨ ਡਾਇਓਡ ਦੀ ਵਰਕਿੰਗ ਕਿਵੇਂ, ਜੇ ਫਾਰਵਰਡ ਬਾਇਸ ਦੇ ਵਿੱਚ ਵਰਕ ਕਰਵਾਵਾਂਗੇ ਜੰਕਸ਼ਨ ਡਾਇਓਡ ਨਹੀਂ, ਜੇ ਜੰਕਸ਼ਨ ਡਾਇਓਡ ਫਾਰਵਰਡ ਬਾਇਸ 'ਚ ਵਰਕ ਕਰਦਾ ਤਾਂ ਬੇਟਾ ਉਹ ਕਰੰਟ ਬੜੀ ਈਜ਼ੀਲੀ ਚਲਾਉਂਦਾ। ਐਂ ਕਹਿ ਲਓ ਵੀ ਘੱਟ ਰੈਜ਼ਿਸਟੈਂਸ ਆਫਰ ਕਰਦਾ ਕਰੰਟ ਨੂੰ। ਠੀਕ ਹੈ, ਜੇ ਅਸੀਂ ਰਿਵਰਸ ਬਾਇਸ 'ਚ ਚਲਾਵਾਂਗੇ ਤੇ ਇਹੀ ਕਰੰਟ ਜਿਹੜਾ ਹੈਗਾ ਇਹਨੂੰ ਰੈਜ਼ਿਸਟੈਂਸ ਜ਼ਿਆਦਾ ਆਫਰ ਹੋਊਗੀ, ਮਤਲਬ ਕਰੰਟ ਨਹੀਂ ਚੱਲਦਾ। ਠੀਕ ਆ, ਤਾਂ ਕੀ ਆ, ਜੰਕਸ਼ਨ ਡਾਇਓਡ ਆਫਰਸ, ਜੰਕਸ਼ਨ ਡਾਇਓਡ offers very small resistance to current in forward bias, in forward bias। forward bias ਦੇ ਵਿੱਚ ਬਹੁਤ ਘੱਟ resistance offer ਕਰਦਾ। ਇਹਦੇ ਨਾਲ ਹੀ ਕੀ ਲਿਖਾਂਗੇ, and it offers ਆ small ਸੀ ਤੇ ਇੱਥੇ large ਲਿਖ ਦੇਣਾ, large resistance to current in reverse bias। reverse bias ਦੇ ਵਿੱਚ it offers large resistance to current। ਕਰੰਟ ਨੂੰ ਇਹ ਜ਼ਿਆਦਾ resistance offer ਕਰਦਾ। it offers large resistance to current in reverse bias। ਰਿਵਰਸ ਬਾਇਸ ਦੇ ਵਿੱਚ ਇਹ ਬਹੁਤ ਜ਼ਿਆਦਾ ਰੈਜ਼ਿਸਟੈਂਸ ਆਫਰ ਕਰਦਾ। ਇਹ ਚੀਜ਼ ਸਾਡੇ ਯਾਦ ਹੋਣੀ ਚਾਹੀਦੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਰੱਟੇ ਮਾਰਨੇ ਇਹਨੂੰ, ਉਹ ਯਾਦ, ਇਹ ਮਤਲਬ ਇੱਕ ਨੈਚੁਰਲ ਜੀ ਚੀਜ਼ ਮੰਨਦਾ ਮੈਂ ਵੀ ਫਾਰਵਰਡ 'ਚ ਕਰੰਟ ਚੱਲਦਾ, ਰਿਵਰਸ 'ਚ ਨਹੀਂ ਚੱਲਦਾ, ਇੰਨੀ ਗੱਲ ਹੀ ਹੈ। ਇਹ ਤਾਂ ਯਾਦ ਹੈ ਨਾ ਸਾਡੇ, ਉਹ ਮੈਂ ਲਿਖਤੀ ਬਸ, ਹੋਰ ਕੋਈ ਲੰਮੀ ਚੌੜੀ ਸਟੋਰੀ ਨਹੀਂ। ਡਾਇਗਰਾਮ ਦੋ ਬਣਾਉਂਗਾ, ਇੱਕ ਫੁੱਲ ਵੇਵ ਦਾ, ਇੱਕ ਹਾਫ ਵੇਵ ਰੈਕਟੀਫਾਇਰ ਦਾ, ਪ੍ਰਿੰਸੀਪਲ ਇੱਕੋ ਹੀ ਲੱਗਦਾ। ਧਿਆਨ ਨਾਲ ਸੁਣ ਲਿਓ। ਪਹਿਲਾ ਹਾਫ ਵੇਵ ਰੈਕਟੀਫਾਇਰ, ਹਾਫ ਵੇਵ ਰੈਕਟੀਫਾਇਰ ਕੰਮ ਕਿਵੇਂ ਕਰਦਾ ਦੇਖਿਓ ਧਿਆਨ ਨਾਲ। ਸਾਡੇ ਕੋਲੇ ਕੀ ਹੋਊਗਾ ਇਹਦੇ ਵਿੱਚ, ਇੱਕ ਤਾਂ ਹੋਊਗਾ ਟਰਾਂਸਫਾਰਮਰ। ਇਹ ਟਰਾਂਸਫਾਰਮਰ ਸਟੈਪ ਡਾਊਨ ਹੁੰਦਾ, ਯਾਦ ਰੱਖਿਓ।
ਜਿਹੜਾ ਟਰਾਂਸਫਾਰਮਰ ਹੁੰਦਾ ਬੇਟਾ ਸਟੈਪ ਡਾਊਨ ਟਰਾਂਸਫਾਰਮਰ। ਔਰ ਇਹਦੇ ਤੇ ਅਸੀਂ ਜਿਹੜੀ AC ਨੂੰ ਅਲਟਰਨੇਟਿੰਗ ਕਰੰਟ ਨੂੰ ਕਨਵਰਟ ਕਰਨਾ, ਅਸੀਂ ਉਹਨੂੰ ਇੱਥੇ ਇਨਪੁਟ ਕਰਵਾਤਾ, ਮਤਲਬ ਇੱਥੇ ਅਪਲਾਈ ਕਰਤਾ ਇਨਪੁਟ। ਇਹ ਟਰਾਂਸਫਾਰਮਰ ਆ ਟਰਾਂਸਫਾਰਮਰ ਦੀ ਕਪਲਿੰਗ ਸ਼ੋ ਹੁੰਦੀ ਹੈ ਤੇ ਡੰਡਿਆਂ ਨਾਲ, ਵੀ ਇਹ ਟਰਾਂਸਫਾਰਮਰ ਜਿਹੜਾ ਇਹਦੀ ਦੂਜੀ ਕੋਇਲ ਇਹਦੇ ਨਾਲ ਕਪਲਡ ਆ। ਦੂਜੀ ਕੋਇਲ ਜਿਹੜੀ ਉਹ ਚ ਨੰਬਰ ਆਫ ਕੋਇਲ ਮੈਂ ਘੱਟ ਲਗਾਈਆਂ। ਇਹ ਘੱਟ ਕਿਉਂ ਲਗਾਈਆਂ? ਤਾਂ ਕਿ ਮੈਨੂੰ ਪਤਾ ਲੱਗ ਜਾਵੇ ਵੀ ਸਟੈਪ ਡਾਊਨ ਟਰਾਂਸਫਾਰਮਰ ਆ। ਠੀਕ ਆ। ਨਾਰਮਲੀ AC ਦੀ DC ਸਾਡੇ ਘਰ ਜਿਹੜਾ ਤੁਸੀਂ ਮੋਬਾਈਲ ਚਾਰਜ ਕਰਨ ਵਾਸਤੇ ਚਾਰਜਰ ਯੂਜ਼ ਕਰਦੇ ਹੋ ਉਹਦੇ ਵਿੱਚ ਹੁੰਦੀ ਆ। ਇਹਦੇ ਵਿੱਚ ਇੱਕ ਡਾਇਓਡ ਲਗਾ ਲਿਓ ਔਰ ਇੱਕ ਰੈਜ਼ਿਸਟੈਂਸ ਸਾਡੀ ਜਿਹੜੀ ਆ ਇਹਨੂੰ ਬੋਲਦੇ ਲੋਡ ਰੈਜ਼ਿਸਟੈਂਸ RL, ਲੋਡ ਰੈਜ਼ਿਸਟੈਂਸ। ਭਾਵੇਂ ਥਿਊਰੀ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਟੌਪਿਕ ਆ, MCQs ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਨਹੀਂ ਮੰਨਦਾ, ਬਸ ਜਸਟ ਇਹਦੀ ਵਰਕਿੰਗ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ, ਵਰਕਿੰਗ ਅੱਛੇ ਤਰੀਕੇ ਨਾਲ ਸਮਝ ਆਉਣੀ ਚਾਹੀਦੀ ਹੈ। ਠੀਕ ਹੈ ਨਾ। ਔਰ ਜੇ ਮੰਨ ਲਓ ਛੋਟਾ ਮੋਟਾ ਇਹਦਾ ਕੁਐਸਚਨ ਆ ਜਾਵੇ ਤਾਂ ਕਰਨ ਜੋਗੇ ਹੋ ਜਾਓਗੇ। ਆ ਡਾਇਓਡ D ਲਿਖ ਦਿੰਦਾ ਮੈਂ, 2 ਪੁਆਇੰਟ ਲਗਾਏ, ਇੱਕ A ਪੁਆਇੰਟ ਤੇ ਦੂਸਰਾ ਨੀਚੇ ਵਾਲੇ ਪਾਸੇ B ਪੁਆਇੰਟ, ਲੋਡ ਰੈਜ਼ਿਸਟੈਂਸ RL। ਔਰ ਜਿਹੜੀ ਆਊਟਪੁੱਟ ਵੋਲਟੇਜ ਲੈ ਰਹੇ ਹੋ ਉਹ ਤੁਸੀਂ ਇਹਦੇ ਅਕ੍ਰੋਸ ਹੀ ਲੈਣੀ, ਆਊਟਪੁੱਟ DC ਵੋਲਟੇਜ, ਆਊਟਪੁੱਟ DC ਵੋਲਟੇਜ। ਇਹ ਵੋਲਟਮੀਟਰ ਲਗਾ ਕੇ ਜਾਂ ਡਿਵਾਈਸ ਜੋ ਵੀ ਯੂਜ਼ ਕਰਨੇ ਤੁਸੀਂ ਇੱਥੇ ਕਰ ਲਓ। ਮੋਬਾਈਲ ਨੂੰ ਚਾਰਜ ਕਰਨਾ ਇੱਥੇ ਲਾ ਦਿਓ, ਉਹ ਚਾਰਜ ਹੋ ਜਾਊਗਾ। ਆ ਇਨਪੁਟ AC ਆ, ਇਨਪੁਟ AC ਜਿਹੜੀ AC ਇੱਥੇ ਇਨਪੁਟ ਕੀਤੀ। ਹਾਂਜੀ ਸਮਝ ਆ ਗਿਆ? ਧਿਆਨ ਨਾਲ ਸੁਣ ਲਿਓ। ਦੇਖੋ ਇਹਦੇ ਵਿੱਚ ਕੀ ਆ, ਇਹਦੇ ਵਿੱਚ ਬੇਸਿਕ ਫੰਡਾ ਤਾਂ ਇਹੀ ਆ ਵੀ ਅਸੀਂ ਇਹ ਸਮਝਣਾ ਵੀ ਹਾਫ ਵੇਵ ਰੈਕਟੀਫਿਕੇਸ਼ਨ ਕਿਵੇਂ ਹੋਇਆ। ਪਹਿਲੀ ਗੱਲ ਤਾਂ ਹਾਫ ਵੇਵ ਰੈਕਟੀਫਾਇਰ ਦਾ ਮਤਲਬ ਹੈਗਾ ਅੱਧੀ ਵੇਵ, ਅੱਧੀ ਵੇਵ ਦਾ ਰੈਕਟੀਫਿਕੇਸ਼ਨ ਹੋਇਆ। ਅੱਧੀ ਵੇਵ ਦੀ AC ਬਣੀ ਹੈ, ਅੱਧੀ ਵੇਵ ਖਤਮ ਹੋਈ ਹੈ। ਮਤਲਬ ਐਫੀਸ਼ੀਐਂਸੀ ਜਿਹੜੀ ਆ ਉਹ ਜੇ ਆਈਡੀਅਲ ਕੇਸ ਹੋਵੇ ਤਾਂ 50% ਆ, 50% ਵੇਵ ਖਤਮ ਹੋ ਗਈ। ਪਰ ਆਈਡੀਅਲ ਕੁਝ ਹੁੰਦਾ ਨਹੀਂ ਤਾਂ ਨਾਰਮਲੀ ਇਹਦੀ ਐਫੀਸ਼ੀਐਂਸੀ ਲੈਸ ਦੈਨ 50 ਹੁੰਦੀ ਹੈ। ਠੀਕ ਹੈ ਨਾ, ਧਿਆਨ ਰੱਖਿਓ 40 ਪੁਆਇੰਟ ਸਮਥਿੰਗ % ਹੁੰਦੀ ਹੈ। ਖੈਰ ਕੰਮ ਦੀ ਗੱਲ ਤੇ ਆਓ, ਮੈਂ ਕੀ ਕਰਨਾ ਇਹਦੇ ਵਿੱਚ 2 ਪੁਆਇੰਟ ਲਾਏ, ਇੱਕ A ਤੇ ਇੱਕ B, these are 2 ਟਰਮੀਨਲਸ, ਤੇ ਮੈਂ ਇਹਦੀ ਵਰਕਿੰਗ ਸਮਝਣੀ ਆ ਵੀ ਵਰਕਿੰਗ ਕਿੱਦਾਂ। ਵਰਕਿੰਗ ਵਾਸਤੇ ਮੈਂ ਇੱਕ ਤਾਂ AC ਬਣਾਉਂਗਾ ਜਿਹੜੀ ਕਿ ਸਾਡੇ ਕੋਲੇ ਹੈ, ਇੱਕ ਨੀਚੇ ਇਹਦੇ ਮੈਂ DC ਡਰਾ ਕਰਨੀ ਜਿਹੜੀ ਅਸੀਂ ਬਣਾਉਣੀ ਆ। ਇਹ 2 ਚੀਜ਼ਾਂ ਆ, ਇੱਕ ਤਾਂ ਮੇਰੇ ਕੋਲੇ ਹੈ ਇਹ AC। ਓਕੇ ਦੇਖਿਓ ਧਿਆਨ ਦੇ ਨਾਲ, ਆ ਮੇਰੇ ਕੋਲੇ AC ਹੈ। ਠੀਕ ਆ ਪੁੱਤਰ, ਇਹ AC ਮੇਰੇ ਕੋਲੇ ਹੈ ਕਿੱਥੇ? A ਪੁਆਇੰਟ ਤੇ। ਠੀਕ ਆ, ਐਟ A ਪੁਆਇੰਟ ਤੇ ਇਨਪੁਟ ਅਸੀਂ ਆ ਦੇ ਰਹੇ, ਇਨਪੁਟ ਐਟ A। ਬੱਚੇ ਕਹਿੰਦੇ ਜੀ ਇਹ ਕੀ ਆ? ਧਿਆਨ ਨਾਲ ਸੁਣ ਲਿਓ, ਕੁਝ ਵੀ ਨਹੀਂ, ਬੜਾ ਆਸਾਨ ਆ। ਤੇ ਆਊਟਪੁੱਟ DC ਮੈਂ ਇੱਥੇ ਡਰਾ ਕਰ ਦਿੱਤੀ, ਦਿਸ ਇਜ਼ ਆਊਟਪੁੱਟ DC। ਅਸੀਂ ਜਸਟ ਜੋ ਸਿਗਨਲ ਮਿਲਿਆ ਉਹ ਇੱਥੇ ਡਰਾ ਕਰ ਦਿੱਤਾ, ਡਾਟਡ ਲਾਈਨ ਨੀਚੇ ਨੂੰ ਲਗਾਤੀ ਤਾਂ ਕਿ ਸਾਡਾ ਸਿਗਨਲ ਜਿਹੜਾ ਹੈਗਾ ਉਹ ਸਾਨੂੰ ਸਮਝ ਆ ਜਾਵੇ। ਕੰਮ ਦੀ ਗੱਲ ਤੇ ਆਓ, ਇਨਪੁਟ AC ਦਾ ਪੋਜ਼ਿਟਿਵ ਹਾਫ ਸਾਈਕਲ। ਦੇਖੋ ਪਹਿਲੀ ਗੱਲ ਤਾਂ ਇਹ ਵੀ ਇਹ ਆਪਾਂ ਜ਼ਰੂਰੀ ਨਹੀਂ ਕਹਿਣਾ ਵੀ ਪੋਜ਼ਿਟਿਵ ਹਾਫ ਸਾਈਕਲ ਆ ਜਾਂ ਨੈਗੇਟਿਵ ਹਾਫ ਸਾਈਕਲ ਆ। A ਪੁਆਇੰਟ ਤੇ ਮੈਂ ਪੋਜ਼ਿਟਿਵ ਹਾਫ ਸਾਈਕਲ ਲੈ ਰਿਹਾ, ਜੇ ਇੱਥੇ ਪੋਜ਼ਿਟਿਵ ਹਾਫ ਸਾਈਕਲ ਆ ਤਾਂ ਧਿਆਨ ਰੱਖੋ ਇੱਥੇ ਨੈਗੇਟਿਵ ਆਉਣਾ, ਜੇ ਇੱਥੇ ਨੈਗੇਟਿਵ ਆ ਤਾਂ ਇੱਥੇ ਪੋਜ਼ਿਟਿਵ ਆਉਣਾ, ਕਿਉਂਕਿ ਜਿਹੜਾ ਆ ਟਰਾਂਸਫਾਰਮਰ ਹੈ ਨਾ, ਟਰਾਂਸਫਾਰਮਰ ਬੇਟਾ ਯਾਦ ਰੱਖਿਓ 180 ਡਿਗਰੀ ਦਾ ਫੇਸ ਡਿਫਰੈਂਸ ਪਾ ਜਾਂ ਪਾਈ ਦਾ ਫੇਸ ਡਿਫਰੈਂਸ ਪਾ ਦਿੰਦਾ, ਪਾਈ ਫੇਸ। ਇਹ ਗੱਲ ਪੇਪਰ 'ਚ ਪੁੱਛੀ ਹੋਈ ਆ ਪੁਰਾਣੇ ਨੀਟ ਦੇ ਕੁਐਸਚਨਸ ਦੇ ਵਿੱਚ, ਧਿਆਨ ਰੱਖਿਓ ਇਸ ਗੱਲ ਦਾ। ਦੁਬਾਰਾ ਸੁਣ ਲਓ, ਮੈਂ ਇਹ ਗੱਲ ਕਹਿ ਰਿਹਾ ਵੀ ਟਰਾਂਸਫਾਰਮਰ ਪੜ੍ਹਿਆ ਨਾ ਆਪਾਂ, ਟਰਾਂਸਫਾਰਮਰ ਦੀ ਇਨਪੁਟ ਤੇ ਆਊਟਪੁੱਟ ਦਾ ਫੇਸ ਦਾ ਡਿਫਰੈਂਸ ਹੁੰਦਾ, ਕਿੰਨੇ ਡਿਗਰੀ ਦਾ ਹੁੰਦਾ? ਪਾਈ ਐਂਗਲ ਦਾ ਹੁੰਦਾ ਜਾਂ 180 ਡਿਗਰੀ ਦਾ। ਮਤਲਬ ਜੇ ਇਨਪੁਟ ਵੇਵ ਉੱਪਰ ਆ ਰਹੀ ਆ ਤਾਂ ਆਊਟਪੁੱਟ ਵੇਵ ਸਾਡੀ ਨੀਚੇ ਵੱਲ ਨੂੰ ਜਾਊਗੀ। ਜੇ ਇਨਪੁਟ ਵੇਵ ਉੱਪਰ ਆ ਰਹੀ ਹੈ ਬੇਟਾ ਤਾਂ ਆਊਟਪੁੱਟ ਵੇਵ ਜਿਹੜੀ ਆ ਇੱਧਰ ਵਾਲੇ ਪਾਸੇ ਉਹ ਨੀਚੇ ਨੂੰ ਜਾਊਗੀ। ਠੀਕ ਆ, ਨੀਚੇ ਨੂੰ। ਇਸ ਗੱਲ ਦਾ ਖਾਸ ਖਿਆਲ ਰੱਖਣਾ। ਆ ਜਾਓ, ਤਾਂ ਆਪਾਂ ਇਹ ਤਾਂ ਚਲੋ ਜਸਟ ਸਮਝਾਤਾ, ਮੈਂ ਆਪਦੀ ਵਰਕਿੰਗ ਇੱਥੋਂ ਸਟਾਰਟ ਕਰਨੀ ਹੈ, ਇੱਥੋਂ ਕਰਨ ਦੀ ਮੈਨੂੰ ਕੋਈ ਇੰਨੀ ਲੋੜ ਹੈ ਨਹੀਂ। ਠੀਕ ਹੈ ਨਾ, ਫਿਰ ਵੀ ਮੈਂ ਦੱਸ ਦੇਣਾ ਤੁਹਾਨੂੰ ਵੀ ਇਨਪੁਟ AC ਦਾ ਨੈਗੇਟਿਵ ਹਾਫ ਸਾਈਕਲ ਆ,
ਇੱਥੇ A ਤੇ ਮੈਨੂੰ ਪੋਜ਼ਿਟਿਵ ਮਿਲ ਗਿਆ, ਯਾਦ ਹੋ ਗਿਆ। ਜਦੋਂ A ਤੇ ਪੋਜ਼ਿਟਿਵ ਹਾਫ ਸਾਈਕਲ ਆ ਵਾਲਾ ਤਾਂ ਆਟੋਮੈਟਿਕਲੀ ਵੀ B ਤੇ ਨੈਗੇਟਿਵ ਹੋਊਗਾ। ਆਪਾਂ ਡਾਇਓਡ ਇੱਥੇ ਲਾਇਆ ਤਾਂ ਜੇ A ਤੇ ਪੋਜ਼ਿਟਿਵ ਆ ਯਾਨੀ ਕਿ A ਦੀ ਪੋਜ਼ਿਟਿਵ ਪੋਲੈਰਿਟੀ ਆ ਤਾਂ ਆਟੋਮੈਟਿਕਲੀ B ਦੀ ਨੈਗੇਟਿਵ ਹੋਣੀ ਆ। P ਨੂੰ ਮਿਲ ਗਿਆ ਪੋਜ਼ਿਟਿਵ, N ਨੂੰ ਮਿਲ ਗਿਆ ਨੈਗੇਟਿਵ। ਦੱਸੋ ਫਾਰਵਰਡ ਹੋਇਆ ਕਿ ਰਿਵਰਸ ਹੋਇਆ? ਸਰ ਫਾਰਵਰਡ। ਇਹ ਫਾਰਵਰਡ ਬਾਇਸ ਗਿਆ। ਜਦੋਂ ਇਹ ਫਾਰਵਰਡ ਬਾਇਸ ਗਿਆ ਇਹ ਕਰੰਟ ਅਲਾਉ ਕਰੂਗਾ, ਇਹ ਕਹੂਗਾ ਕਰੰਟ ਚੱਲੇ ਤੇ ਕਰੰਟ ਇਹਦੇ ਵਿੱਚੋਂ ਲੰਘ ਗਿਆ ਤੇ ਕਰੰਟ ਇਹਦੇ ਵਿੱਚੋਂ ਲੋਡ ਰੈਜ਼ਿਸਟੈਂਸ ਚੋਂ ਲੰਘ ਕੇ ਇੱਧਰ ਲਓ ਬਈ ਆ ਕਰੰਟ ਜਿਹੜਾ ਹੈਗਾ ਇਹ ਸਿਰੇ ਲੱਗ ਗਿਆ, ਯਾਨੀ ਕਿ ਕਰੰਟ ਨੇ ਪੂਰਾ ਗੇੜਾ ਦੇਤਾ। ਹੁਣ ਥਿਊਰੀ 'ਚ ਮੈਂ ਇੱਕ ਗੱਲ ਦੱਸੀ ਹੋਈ ਹੈ, ਦੁਬਾਰਾ ਸੁਣ ਲਓ ਬੇਟੇ। ਸਰਕਿਟ 'ਚ ਜਿੱਥੇ ਰੁਕਾਵਟ ਪੈਂਦੀ ਆ ਪੋਟੈਂਸ਼ੀਅਲ ਦਾ ਡ੍ਰੌਪ ਉੱਥੇ ਹੁੰਦਾ। ਜਿੱਦਾਂ ਮੰਨ ਲਓ ਵੀ ਆਪਣੇ ਕੋਲੇ ਕੋਈ ਨਾਲੀ ਆ ਪਾਣੀ ਵਾਲੀ, ਉਹਦੇ ਵਿੱਚ ਇੱਟ ਸਿੱਟ ਦਈਏ ਤਾਂ ਬੜਾ ਸਿੰਪਲ ਜਿਹਾ ਫੰਡਾ ਵੀ ਜਿੱਥੇ ਇੱਟ ਸਿੱਟੇ ਜਿੱਥੇ ਰੁਕਾਵਟ ਪਈ ਪਾਣੀ ਉੱਥੇ ਇਕੱਠਾ ਹੋ ਜਾਊਗਾ। ਉਹੀ ਕੰਮ ਇੱਥੇ ਆ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਉਹੀ ਕੰਮ ਇੱਥੇ ਆ। ਸਰਕਿਟ 'ਚ ਰੁਕਾਵਟ ਜਿਹਨੇ ਪਾਈ ਵੋਲਟੇਜ ਉੱਥੇ ਡ੍ਰੌਪ ਹੋਣੀ ਆ, ਵੋਲਟੇਜ, ਕਰੰਟ ਨਹੀਂ ਵੋਲਟੇਜ। ਤਾਂ ਰੁਕਾਵਟ ਇਹਨੇ ਨਹੀਂ ਪਾਈ, ਆਪਾਂ ਇਹ ਮੰਨਦੇ ਆ ਆਈਡੀਅਲ ਆ। ਇਹਨੇ ਰੁਕਾਵਟ ਕੋਈ ਨਹੀਂ ਪਾਈ, ਕਰੰਟ ਲੰਘਾਤਾ ਤਾਂ ਰੁਕਾਵਟ ਇਹਨੇ ਪਾਈ। ਜਿਹਨੇ ਰੁਕਾਵਟ ਪਾਈ ਉਹਨੇ ਡ੍ਰੌਪ ਕਰਾਤਾ। ਜਿੰਨੀ ਇਨਪੁਟ ਵੋਲਟੇਜ ਆਈ ਇੱਥੇ ਸਾਰੀ ਇੱਥੇ ਮਿਲ ਗਈ, ਯਾਨੀ ਕਿ ਜਿੰਨੀ ਇਨਪੁਟ ਆ ਵੋਲਟੇਜ ਸੀ ਉਦਾਂ ਦੀ ਆਊਟਪੁੱਟ ਮੈਨੂੰ ਇੱਥੇ ਅਵੇਲੇਬਲ ਹੋ ਗਈ। ਗੱਲ ਸਮਝ ਆ ਗਈ ਕਿ ਨਹੀਂ ਆਈ? ਬੋਲੋ। ਓਕੇ, ਅਸ਼ਮਨ ਸਿੱਧੂ ਪਤਾ ਲੱਗ ਗਿਆ? ਅਸ਼ਮਨ ਬੇਟਾ, ਹਾਂਜੀ ਆਵਾਜ਼ ਤਾਂ ਆ ਰਹੀ ਹੈ ਨਾ ਮੰਸ਼? ਯੈਸ ਸਰ। ਓਕੇ ਠੀਕ ਆ। ਤਾਂ ਬੇਟਾ ਇਸ ਤੋਂ ਅੱਗੇ ਚੱਲਦੇ ਆਪਾਂ। ਕੰਮ ਦੀ ਗੱਲ ਤੇ ਆਇਓ। ਇਸ ਤੋਂ ਬਾਅਦ ਅਗਲੀ ਹਾਫ ਸਾਈਕਲ ਦੇ ਵਿੱਚ A ਨੂੰ ਨੈਗੇਟਿਵ ਕਰਤਾ ਤੇ B ਨੂੰ ਪੋਜ਼ਿਟਿਵ ਕਰਤਾ। A ਨੂੰ ਨੈਗੇਟਿਵ ਕਰਤਾ ਤੇ B ਨੂੰ ਪੋਜ਼ਿਟਿਵ ਕਰਤਾ। ਜਦੋਂ A ਨੂੰ ਨੈਗੇਟਿਵ ਤੇ B ਨੂੰ ਪੋਜ਼ਿਟਿਵ ਕਰਤਾ ਨੈਕਸਟ ਹਾਫ ਸਾਈਕਲ 'ਚ, ਤਾਂ ਹੁਣ ਆ ਡਾਇਓਡ ਰਿਵਰਸ ਬਾਇਸ 'ਚ ਆ ਗਿਆ। ਜਦੋਂ ਡਾਇਓਡ ਰਿਵਰਸ ਬਾਇਸ ਦੇ ਵਿੱਚ ਆਇਆ, ਓਕੇ, ਨਾਲ ਹੀ ਕੀ ਹੋਇਆ ਪੁੱਤਰੋ? ਨਾਲ ਹੀ ਇਹਨੇ ਬਲੌਕ ਕਰਤਾ ਕਰੰਟ। ਇਹਨੇ ਬਲੌਕ ਕਰਿਆ ਤਾਂ ਵੋਲਟੇਜ ਇਹ ਖਾਊਗਾ ਤਾਂ ਇੱਥੇ ਡ੍ਰੌਪ ਆ ਗਿਆ 0। ਅਗਲੇ ਹਾਫ ਸਾਈਕਲ 'ਚ 0। ਉਸ ਤੋਂ ਬਾਅਦ ਫਿਰ ਇਹ ਪੋਜ਼ਿਟਿਵ ਇਹ ਨੈਗੇਟਿਵ, ਫਿਰ ਸੇਮ ਇਸੇ ਤਰੀਕੇ ਦੇ ਨਾਲ ਬੇਟਾ ਇਹ ਪ੍ਰੋਸੈਸ 'ਚ ਦੇਖਿਓ। ਇੱਕ ਹਾਫ ਸਾਈਕਲ ਪੋਜ਼ਿਟਿਵ ਜਾ ਰਹੀ ਹੈ, ਇੱਕ ਹਾਫ ਸਾਈਕਲ 0 ਜਾ ਰਿਹਾ। ਹੁਣ ਮੈਨੂੰ ਇੱਕ ਗੱਲ ਦੱਸਿਓ ਵੀ ਆਹ DC ਹੈ ਕਿ ਨਹੀਂ ਹੈ? ਬੜੇ ਸਾਰੇ ਬੱਚਿਆਂ ਨੂੰ ਭੁਲੇਖਾ ਹੁੰਦਾ ਵੀ ਇਹ DC ਨਹੀਂ ਜੀ। ਬੇਟਾ ਜਿਹੜੀ ਵੋਲਟੇਜ ਸਿਰਫ ਪੋਜ਼ਿਟਿਵ ਜਾਂ ਸਿਰਫ ਨੈਗੇਟਿਵ ਆ ਉਹ DC ਆ, ਠੀਕ ਆ, ਉਹ AC ਨਹੀਂ ਗੀ। AC 'ਚ ਨੈਗੇਟਿਵ ਡਾਇਰੈਕਸ਼ਨ ਹੋਊਗੀ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? AC 'ਚ ਨੈਗੇਟਿਵ ਡਾਇਰੈਕਸ਼ਨ ਹੋਊਗੀ, ਇਸ ਗੱਲ ਦਾ ਖਾਸ ਖਿਆਲ ਕਰਿਓ। ਸਮਝ ਆ ਰਹੀ ਗੱਲ? ਤਾਂ AC 'ਚ ਨੈਗੇਟਿਵ ਡਾਇਰੈਕਸ਼ਨ ਹੋਊਗੀ। ਇੱਥੇ ਇਕੱਲੀ ਕੀ ਆ? ਇੱਥੇ ਇਕੱਲੀ ਸਾਡੇ ਕੋਲੇ DC ਆ, ਇਕੱਲੀ ਪੋਜ਼ਿਟਿਵ ਜਾ ਰਹੀ ਆ। ਇਕੱਲੀ ਨੈਗੇਟਿਵ ਵੀ ਹੋਈ ਤਾਂ ਵੀ DC ਹੋਊਗੀ, ਬਟ ਇਹ DC ਜਿਹੜੀ ਪਿਓਰ ਨਹੀਂ ਗੀ, ਇਹ ਫਲਕਚੁਏਸ਼ਨ ਕਰਦੀ ਹੈ, ਫਲਕਚੁਏਟਿੰਗ DC ਆ। ਬਸ ਇੰਨਾ ਕੁ ਖਿਆਲ ਕਰ ਲਿਓ। ਸਮਝ ਆ ਗਈ ਸਾਰਿਆਂ ਨੂੰ ਕਿ ਨਹੀਂ ਆਈ? ਇਹ ਮੇਰੇ ਕੋਲੇ ਬੇਟਾ ਹਾਫ ਵੇਵ ਰੈਕਟੀਫਾਇਰ ਆ ਤੇ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਸਮਝ ਆ ਗਿਆ। ਅੱਧੀ ਵੇਵ ਰੈਕਟੀਫਾਈ ਹੋਈ ਆ, ਹਾਫ ਵੇਵ ਇਜ਼ ਰੈਕਟੀਫਾਈਡ। ਤਾਂ ਇਹਦੇ ਵਿੱਚ ਜਿਹੜੀਆਂ ਇੰਪੋਰਟੈਂਟ ਚੀਜ਼ਾਂ 2-3 ਪੁਆਇੰਟ ਆ ਛੋਟੇ ਛੋਟੇ, ਜਿਹੜੇ ਕਿ ਪੇਪਰ 'ਚ ਡਾਇਰੈਕਟ ਹੀ ਪੁੱਛ ਲਏ ਜਾਂਦੇ ਆ, ਉਹਨਾਂ ਦੇ ਵਿੱਚੋਂ ਨਿੱਕੀਆਂ 2 ਗੱਲਾਂ। ਇੱਕ ਤਾਂ ਲਿਖ ਲਓ ਮੈਕਸਿਮਮ ਐਫੀਸ਼ੀਐਂਸੀ। ਇਹਦੀ ਮੈਕਸਿਮਮ ਐਫੀਸ਼ੀਐਂਸੀ ਕਿੰਨੀ ਹੁੰਦੀ ਆ? that is 40.6%। ਵੈਸੇ ਤਾਂ ਯਾਦ ਜੇ ਰੱਖਣ ਵਾਲੀ ਗੱਲ ਆ ਪਰ ਕਰ ਸਕਦੇ ਤੁਸੀਂ। 40.6%, this is the maximum efficiency of half wave rectifier। ਨੰਬਰ 2, ਇੱਕ ਚੀਜ਼ ਹੁੰਦੀ ਉਹਨੂੰ ਬੋਲਦੇ ਰਿਪਲ ਫ੍ਰੀਕੁਐਂਸੀ। ਇੱਕ ਚੀਜ਼ ਆ ਉਹਨੂੰ ਕੀ ਬੋਲਦੇ ਆ? ਰਿਪਲ ਫ੍ਰੀਕੁਐਂਸੀ। ਹੁਣ ਇਹ ਕੀ ਹੈ ਜੀ? ਰਿਪਲ ਫ੍ਰੀਕੁਐਂਸੀ ਕੀ ਹੁੰਦੀ ਮੈਂ ਮਾੜਾ ਜਿਹਾ ਦੱਸਦਾ। ਜਦੋਂ AC ਦੀ DC ਬਣ ਗਈ ਤਾਂ ਆਪਾਂ ਇਹਨਾਂ ਦੀ ਫ੍ਰੀਕੁਐਂਸੀ ਦਾ ਆਪਸ 'ਚ ਮੈਚ ਕਰਨਾ ਵੀ ਆਹ ਜਿਹੜੇ ਬਣੇ ਸਾਡੇ ਕੋਲੇ ਫਲਕਚੁਏਸ਼ਨ, ਇਹਨਾਂ ਦੀ ਫ੍ਰੀਕੁਐਂਸੀ ਕੀ ਆ? ਜਿਹੜੇ ਆ ਹਾਫ ਵੇਵ, ਇੱਕ ਵੇਵ ਬਣੀ ਆ, ਇੱਕ ਵੇਵ ਖਤਮ ਹੋ ਗਈ, ਤਾਂ ਜਿਹੜੇ ਬਣੇ ਆ ਰਿਪਲਸ ਕਹਿ ਲਓ, ਇਹਨਾਂ ਦੀ ਫ੍ਰੀਕੁਐਂਸੀ ਕੀ ਆ? ਇਹਨਾਂ ਦੀ ਫ੍ਰੀਕੁਐਂਸੀ ਜਿਹੜੀ ਆ ਉਹ ਫ੍ਰੀਕੁਐਂਸੀ ਇਹਦੇ ਬਰਾਬਰ ਆ ਰਹੀ ਆ। ਜਿੱਥੇ ਇਹਦੀ ਫ੍ਰੀਕੁਐਂਸੀ ਜਾ ਰਹੀ, ਜਿੰਨੇ ਚਿਰ ਬਾਅਦ ਆਹ ਹਾਫ ਸਾਈਕਲ ਰਿਪੀਟ ਹੋ ਰਹੀ ਆ, ਸੇਮ ਟਾਈਮ ਬਾਅਦ ਇੱਥੇ ਵੀ ਹਾਫ ਸਾਈਕਲ ਰਿਪੀਟ ਹੋ ਰਹੀ ਆ। ਮਤਲਬ ਬਰਾਬਰ ਰਿਪੀਟੇਸ਼ਨ ਚੱਲ ਰਿਹਾ। ਇਹਦਾ ਮਤਲਬ ਇਹਦੀ ਰਿਪਲ ਫ੍ਰੀਕੁਐਂਸੀ ਇਹਦੀ ਇਨਪੁਟ ਫ੍ਰੀਕੁਐਂਸੀ ਦੇ ਬਰਾਬਰ ਹੁੰਦੀ ਆ।
ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਠੀਕ ਹੈ ਨਾ। ਇਹਦੀ ਰਿਪਲ ਫ੍ਰੀਕੁਐਂਸੀ ਇਨਪੁਟ ਫ੍ਰੀਕੁਐਂਸੀ ਦੇ ਬਰਾਬਰ ਹੁੰਦੀ ਹੈ। ਰਿਪਲ ਫ੍ਰੀਕੁਐਂਸੀ ਇਜ਼ ਇਕੁਅਲ ਟੂ ਇਨਪੁਟ ਫ੍ਰੀਕੁਐਂਸੀ। ਰਿਪਲ ਫ੍ਰੀਕੁਐਂਸੀ ਕਿਹਦੇ ਇਕੁਅਲ ਹੁੰਦੀ ਆ? ਇਨਪੁਟ ਫ੍ਰੀਕੁਐਂਸੀ ਦੇ। ਜੇ ਰਿਪਲ ਫ੍ਰੀਕੁਐਂਸੀ ਤੁਹਾਡੀ 100 ਆ ਤੇ ਇਨਪੁਟ ਫ੍ਰੀਕੁਐਂਸੀ ਵੀ 100 ਹੋਊਗੀ। ਜਾਂ ਐਂ ਕਹ ਲਓ ਵੀ ਪਹਿਲਾਂ ਇਨਪੁਟ ਦੇਊਗਾ। ਇਹ ਸਵਾਲ ਪੇਪਰ ਚ ਆਏ ਹੋਏ ਆ ਵੀ ਇੱਕ ਹਾਫ ਵੇਵ ਰੈਕਟੀਫਾਇਰ ਆ, ਉਹਦੀ ਇਨਪੁਟ ਫ੍ਰੀਕੁਐਂਸੀ 50 ਹਰਟਜ਼ ਆ, what will be its ripple frequency? ਤਾਂ ਜੇ ਇਨਪੁਟ ਫ੍ਰੀਕੁਐਂਸੀ 50 ਆ ਤਾਂ ਰਿਪਲ ਵੀ 50 ਹੋਊਗੀ, ਸੇਮ ਹੋਊਗੀ। ਯਾਦ ਰੱਖਿਓ ਇਸ ਗੱਲ ਨੂੰ। ਇਹਨੂੰ ਬਾਕਸ ਚ ਬੰਦ ਕਰ ਸਕਦੇ, ਇਹਨੂੰ ਬਾਕਸ ਚ ਬੰਦ ਕਰ ਸਕਦੇ। ਠੀਕ ਆ। ਐਗਜ਼ਾਮਪਲ ਲਿਖਣਾ ਤਾਂ ਐਗਜ਼ਾਮਪਲ ਲਿਖ ਲਿਓ। ਫੋਰ ਐਗਜ਼ਾਮਪਲ, ਫੋਰ ਇਨਪੁਟ frequency is equal to 50 hertz, ripple frequency is also 50 hertz. ਇਨਪੁਟ ਫ੍ਰੀਕੁਐਂਸੀ ਜੇ 50 ਹੈ ਤਾਂ ਰਿਪਲ ਵੀ 50 ਹੋਊਗੀ। ਮੈਨੂੰ ਪੂਰੀ ਉਮੀਦ ਆ ਤੁਹਾਡੇ ਕਲੀਅਰ ਹੋ ਗਿਆ। ਇਹ ਸਾਡੇ ਕੋਲੇ ਬੇਟਾ ਹਾਫ ਵੇਵ ਰੈਕਟੀਫਾਇਰ ਆ। ਓਕੇ, ਕਿਸੇ ਨੂੰ ਸਮਝ ਨਹੀਂ ਆਇਆ ਪੁੱਛ ਲਓ। ਮਨਵੀਰ ਕਲੀਅਰ ਹੈ ਬੇਟਾ? ਮਨਵੀਰ, ਗਗਨ, ਗੁਰਨੂਰ? Yes sir. Yes sir. ਓਕੇ, ਇਹ ਉਹੀ ਚੀਜ਼ ਹੈ ਬੇਟਾ ਜਿਹਨੇ ਥਿਉਰੀ ਚ ਕਰੀ, ਕੋਈ ਨਵਾਂ ਨਹੀਂਗਾ। ਨਵੀਂ ਚੀਜ਼ ਲਿਖਵਾਈ, ਥੋੜਾ ਧਿਆਨ ਕਰ ਲਓ। ਰਿਪਲ ਅੱਛਾ, ਇੱਕ ਫੁੱਲ ਵੇਵ ਰੈਕਟੀਫਾਇਰ ਦੇਖਿਓ। ਫੁੱਲ ਵੇਵ ਕਰ ਲਓ, ਫੁੱਲ ਵੇਵ ਰੈਕਟੀਫਾਇਰ ਨੰਬਰ 2। ਸੈਕਿੰਡ ਪੁਆਇੰਟ ਆ ਫੁੱਲ ਵੇਵ ਰੈਕਟੀਫਾਇਰ। ਹੁਣ ਫੁੱਲ ਵੇਵ ਦਾ ਮਤਲਬ ਕੰਪਲੀਟ ਵੇਵ ਦਾ ਰੈਕਟੀਫਿਕੇਸ਼ਨ ਹੋਇਆ। ਦੇਖੋ, ਹਾਫ ਵੇਵ ਚ ਇੱਕ ਡਾਇਓਡ ਲੱਗਿਆ ਸੀ, ਫੁੱਲ ਚ 2 ਲਾ ਦਾਂਗੇ ਅਸੀਂ। ਫੁੱਲ ਚ ਕਿੰਨੇ ਡਾਇਓਡ ਲਾਵਾਂਗੇ? 2। ਇੱਕ ਉੱਪਰ ਲਾਵਾਂਗੇ, ਇੱਕ ਨੀਚੇ ਲਾਵਾਂਗੇ। ਉਹਨੂੰ ਫੁੱਲ ਵੇਵ ਰੈਕਟੀਫਾਇਰ ਕਹਿ ਦਿੰਦੇ। ਤਾਂ ਫੁੱਲ ਵੇਵ ਰੈਕਟੀਫਾਇਰ ਕੋਈ ਮੁਸ਼ਕਲ ਨਹੀਂ, ਬੜਾ ਆਸਾਨ ਆ। ਠੀਕ ਆ, ਮੈਂ ਇੱਥੇ ਡਾਇਗਰਾਮ ਬਣਾ ਦੇਣਾ, ਤੁਹਾਨੂੰ ਸਮਝ ਆ ਜਾਓ। ਇਹਦੇ ਵਿੱਚ ਜੋ ਚੇਂਜਸ ਆਉਣੇ ਆ ਉਹ ਵੀ ਦੱਸ ਦੇਣਾ ਵੀ ਕੀ ਕੀ ਚੇਂਜਸ ਆ। ਡਾਇਗਰਾਮ ਚ ਕੋਈ ਜ਼ਿਆਦਾ ਚੇਂਜ ਨਹੀਂ ਆਉਣੇ। ਠੀਕ ਆ, ਧਿਆਨ ਕਰਿਓ। ਸਿਰਫ ਆ ਲੋਡ ਰੈਜ਼ਿਸਟੈਂਸ ਤੇ ਆਊਟਪੁੱਟ ਅਲੱਗ-ਅਲੱਗ ਥਾਵਾਂ ਤੇ ਆ ਜੂਗੀ ਬਸ, ਹੋਰ ਕੁਝ ਨਹੀਂ। ਬਾਕੀ ਸਾਰੇ ਸੇਮ ਥਿੰਗ। ਦੇਖਿਓ, ਇਹਦੇ ਵਿੱਚ ਇੱਕ ਡਾਇਓਡ ਬੇਟਾ ਦੇਖੋ ਉਹੀ ਚੀਜ਼ ਆ, ਇਨਪੁਟ ਏਸੀ ਲਾ ਤੂੰ। ਠੀਕ ਆ, ਇੱਕ ਟਰਾਂਸਫਾਰਮਰ ਲੱਗ ਗਿਆ ਜਿਹਨੂੰ ਆਪਾਂ ਸਟੈਪ ਡਾਊਨ ਟਰਾਂਸਫਾਰਮਰ ਬੋਲਦੇ ਆ। ਨੋਟ ਕਰ ਸਕਦੇ ਤੁਸੀਂ, ਦਿਸ ਇਜ਼ ਸਟੈਪ ਡਾਊਨ ਟਰਾਂਸਫਾਰਮਰ। ਓਕੇ, ਇਹ ਪੁੱਤਰ ਸਟੈਪ ਡਾਊਨ ਟਰਾਂਸਫਾਰਮਰ ਹੈ। ਇੱਥੇ ਮੈਂ ਇੱਕ ਲੋਡ ਰੈਜ਼ਿਸਟੈਂਸ ਲਗਾਈ ਬੇਟਾ, ਤੇ ਨੀਚੇ ਵਾਲੇ ਪਾਸੇ ਇੱਕ ਡਾਇਓਡ ਮੈਂ ਹੋਰ ਲਗਾ। ਯਾਨੀ ਕਿ ਡਾਇਓਡ ਇੱਕ ਦੀ ਬਜਾਏ ਕਿੰਨੇ ਲਗਾਉਣੇ ਆ ਇਹਦੇ ਚ? ਦੱਸੋ ਬਈ। ਡਾਇਓਡ ਇਹਦੇ ਵਿੱਚ 2 ਲਗਾਉਣੇ ਆ। ਫੁੱਲ ਵੇਵ ਦਾ ਰੈਕਟੀਫਿਕੇਸ਼ਨ ਮਤਲਬ ਰੈਕਟੀਫਿਕੇਸ਼ਨ ਉੱਪਰੋਂ ਵੀ ਹੋਵੇ, ਥੱਲੇੋਂ ਵੀ ਹੋਵੇ, ਇੱਥੋਂ ਵੀ ਹੋਵੇ, ਇੱਥੋਂ ਵੀ ਹੋਵੇ। ਤਾਂ ਡਾਇਓਡ 2 ਹੋ ਗਏ ਬੇਟਾ। ਆਹ ਡਾਇਓਡ D2 ਹੋ ਗਿਆ, ਆਹ ਡਾਇਓਡ D1 ਹੋ ਗਿਆ। ਲੋਡ ਰੈਜ਼ਿਸਟੈਂਸ RL ਔਰ ਇਹਦੇ ਅਕ੍ਰੋਸ ਵੋਲਟੇਜ ਜਿਹੜੀ ਕਿ DC ਵੋਲਟੇਜ ਅਸੀਂ ਆਊਟਪੁੱਟ ਚ ਲੈ ਰਹੇ ਹਾਂ। ਆਊਟਪੁੱਟ DC। ਇੱਕ ਵਾਰ ਲੋਡ ਰੈਜ਼ਿਸਟੈਂਸ ਇੱਥੇ ਆ, ਇਸ ਗੱਲ ਦਾ ਖਾਸ ਖਿਆਲ ਰੱਖਿਓ। ਇਹਨੂੰ ਬੋਲਦੇ ਸੈਂਟਰਲ ਟੈਪਿੰਗ, ਯਾਨੀ ਕਿ ਅਸੀਂ ਕੋਇਲ ਦੇ ਵਿੱਚ ਇਹਦਾ ਕਨੈਕਸ਼ਨ ਕਰਤਾ। ਸੈਂਟਰਲ ਟੈਪਿੰਗ ਨੋਟ ਹੋ ਗਿਆ। ਲਓ ਜੀ, ਫੁੱਲ ਵੇਵ ਰੈਕਟੀਫਾਇਰ ਦੀ ਸਟੋਰੀ ਸੁਣੋ। ਡਾਇਗਰਾਮ ਬਣਾ ਲਿਆ ਸਾਰੇ ਨੇ ਪੁੱਤਰ? Yes sir. ਅਸ਼ਮਨ, ਡਾਇਗਰਾਮ ਬਣਾ ਲਿਆ ਬੇਟਾ? ਹਾਂਜੀ ਸਰ। ਅੱਛਾ, ਇਹ ਤਾਂ ਬੜੀ ਵਧੀਆ ਗੱਲ ਹੈ, ਬਹੁਤ ਅੱਛੀ। ਡਾਇਗਰਾਮ ਬਹੁਤ ਜ਼ਰੂਰੀ ਆ, ਕਿਉਂ ਵੀ ਨਵਰੋਜ਼ ਬਰਾੜ? ਹਾਂਜੀ ਸਰ। ਚਲੋ ਆਜੋ। ਫੁੱਲ ਵੇਵ ਰੈਕਟੀਫਾਇਰ ਦੇ ਵਿੱਚ ਕੀ ਕਰਾਂਗੇ ਅਸੀਂ? A ਪੁਆਇੰਟ ਉਹੀ ਆ ਤੇ B ਪੁਆਇੰਟ ਉਹੀ ਆ। ਅਸੀਂ A ਪੁਆਇੰਟ ਤੇ ਇਨਪੁਟ ਦੇਣੀ ਆ। ਇਨਪੁਟ ਸਾਡੀ ਉਦਾਂ ਦੀ ਹੈ ਜਿੱਦਾਂ ਦੀ ਪਹਿਲਾਂ ਸੀ। ਇੱਕ ਵਾਰ ਪੋਜ਼ਿਟਿਵ ਹਾਫ ਸਾਈਕਲ, ਦੂਜੀ ਵਾਰ ਨੈਗੇਟਿਵ। ਕੰਮ ਦੀ ਗੱਲ ਤੇ ਆਓ। ਜਦੋਂ ਆਹ ਪੋਜ਼ਿਟਿਵ ਆ ਤੇ ਆਹ ਨੈਗੇਟਿਵ ਆ ਤਾਂ D1 ਫਾਰਵਰਡ ਤੇ D2 ਰਿਵਰਸ। ਉਹੀ ਸਮਝ ਆ ਜੂਗੀ ਤੁਹਾਨੂੰ। ਠੀਕ ਆ, ਆਹ ਫਾਰਵਰਡ ਆ, ਆਹ ਫਾਰਵਰਡ ਆ, ਇਹ ਕਰੰਟ ਚਲਾ ਦੂਗਾ, ਪਰ ਆਹ ਰਿਵਰਸ ਆ, ਇਹਨੇ ਬਲੌਕ ਕਰ ਲੈਣਾ ਕਰੰਟ। ਤਾਂ ਇਹਦਾ ਮਤਲਬ ਇਹ ਵੀ ਨੀਚੇ ਵਾਲੀ ਤਾਰ ਬਲੌਕ ਆ ਹੁਣ, ਤੇ ਕਰੰਟ ਇੱਧਰ ਦੀ ਜਾ ਕੇ ਰਾਹ ਲੱਭਦਾ ਕਰੰਟ ਨੂੰ, ਨੀਚੇ ਨੂੰ ਨਹੀਂ ਜਾਣਾ ਕਰੰਟ ਨੇ, ਕਰੰਟ ਐਨੂੰ ਮੁੜ ਕੇ ਵਾਪਸ ਆਊਗਾ। ਮਤਲਬ ਕਹਿਣ ਦਾ ਇਹ ਵੀ ਐਤਕੀ ਵਾਰ ਜਿਹੜਾ ਕਰੰਟ ਹੈਗਾ ਸਾਡੇ ਕੋਲੇ, ਉਹ ਇਸ ਤਰੀਕੇ ਦੇ ਨਾਲ ਜਾ ਕੇ ਇਧਰੋਂ ਲੋਡ ਰੈਜ਼ਿਸਟੈਂਸ ਚੋਂ ਲੈਫਟ ਤੋਂ ਰਾਈਟ, ਰਾਈਟ ਤੋਂ ਲੈਫਟ ਵੱਲ ਨੂੰ ਮੁੜ ਜਾਂਦਾ। ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਰਾਈਟ ਤੋਂ ਲੈਫਟ ਵੱਲ ਨੂੰ ਲੋਡ ਰੈਜ਼ਿਸਟੈਂਸ ਤੋਂ ਲੰਘਿਆ। ਤਾਂ ਮੈਨੂੰ ਇੱਕ ਗੱਲ ਦੱਸਿਓ, ਦੇਖੋ D2 ਨੇ ਕਰੰਟ ਚਲਾਇਆ ਨਹੀਂ ਐਤਕੀ, ਤਾਂ ਇਹਨੇ ਬਲੌਕ ਕਰਿਆ ਤਾਂ ਕਰੰਟ ਇਹਨੂੰ ਆਉਣਾ ਹੀ ਨਹੀਂ। ਐ ਨਹੀਂ ਵੀ ਕਰੰਟ ਇੱਥੇ ਜਾ ਕੇ ਰੁਕਿਆ ਨਾ, ਕਰੰਟ ਇੱਥੇ ਹੀ ਨਹੀਂ ਮੁੜ ਗਿਆ। ਠੀਕ ਹੈ ਨਾ,
ਉਹੀ ਗੱਲ ਜਿੱਦਾਂ ਮੰਨ ਲਓ ਕੋਈ ਰੋਡ ਕਲੋਜ਼ ਹੋਵੇ ਤੇ ਪਹਿਲਾਂ ਹੀ ਨਾਕੇ ਤੇ ਖੜੇ ਹੁੰਦੇ ਆ ਪੁਲਿਸ ਵਾਲੇ, ਹਨਾ, ਉਹ ਰੋਕ ਦਿੰਦੇ ਵੀ ਨਹੀਂ ਅੱਗੇ ਨਹੀਂ ਜਾਣਾ, ਵੀ ਅੱਗੇ ਰੋਡ ਕਲੋਜ਼ ਆ, ਤੁਸੀਂ ਇੱਥੇ ਹੀ ਮੋੜ ਲਓ। ਉਹ ਕੰਮ ਆ ਇੱਥੇ ਰੋਡ ਕਲੋਜ਼ ਆ ਤੇ ਇੱਥੇ ਨਾਕੇ ਤੇ ਪਹਿਲਾਂ ਹੀ ਬੰਦੇ ਖੜੇ ਆ, ਠੀਕ ਹੈ ਨਾ। ਸਰਕਟ ਦੇ ਵਿੱਚ ਜੰਕਸ਼ਨ ਤੇ ਕਰੰਟ ਅੱਗੇ ਜਾਂਦਾ ਹੀ ਨਹੀਂ, ਵਾਪਸ ਮੁੜ ਜਾਂਦਾ ਇੱਧਰ ਵੱਲ ਨੂੰ, ਔਰ ਇੱਧਰ ਵੱਲ ਨੂੰ ਵਾਪਸ ਮੁੜ ਕੇ ਸਰਕਟ ਆਪਦਾ ਪੂਰਾ ਕਰ ਲੈਂਦਾ। ਇੱਥੇ ਮੈਨੂੰ ਜਿੱਦਾਂ ਦੀ ਇਨਪੁਟ ਹੁੰਦੀ ਆ ਉਦਾਂ ਦੀ ਆਊਟਪੁੱਟ ਡੀਸੀ ਇੱਥੇ ਮਿਲ ਗਈ। ਅਜੇ ਇੱਕ ਹਾਫ ਸਾਈਕਲ ਮਿਲਿਆ, ਦੂਜੇ ਹਾਫ ਸਾਈਕਲ ਦੀ ਅਜੇ ਸਟੋਰੀ ਮੈਂ ਚਲਾਉਣੀ ਹੈ। ਦੂਸਰੇ ਹਾਫ ਸਾਈਕਲ ਦੇ ਵਿੱਚ ਸੁਣਿਓ, ਦੂਸਰੇ ਹਾਫ ਸਾਈਕਲ ਦੇ ਵਿੱਚ ਪੁੱਤਰੋ ਆ ਮਾਈਨਸ ਤੇ ਇੱਥੇ ਪਲੱਸ, ਯਾਨੀ ਕਿ ਅਧਿਕਾਰ B ਪੋਜ਼ਿਟਿਵ ਹੋ ਗਿਆ। ਜਦੋਂ B ਪੋਜ਼ਿਟਿਵ ਹੋ ਗਿਆ ਤੇ D2 ਫਾਰਵਰਡ ਹੋ ਗਿਆ, D1 ਰਿਵਰਸ ਹੋ ਗਿਆ। ਹੁਣ ਸਟੋਰੀ ਹੋਰ ਤਰ੍ਹਾਂ ਦੀ ਬਣੂਗੀ। ਹੁਣ ਇਹਨੇ ਕਰੰਟ ਚਲਾਉਣਾ ਨਹੀਂ ਤੇ ਇਹਨੇ ਚਲਾਉਣਾ, ਓਕੇ, ਤੇ ਵੋਲਟੇਜ ਫਿਰ ਇੱਥੇ ਡ੍ਰੌਪ ਹੋਊਗੀ। ਫਿਰ ਆਪਾਂ ਦੇਖਣਾ ਵੋਲਟੇਜ ਪੁੱਠੇ ਪਾਸੇ ਨੂੰ ਡ੍ਰੌਪ ਤਾਂ ਨਹੀਂ ਹੁੰਦੀ, ਅਪੋਜ਼ਿਟ ਡਾਇਰੈਕਸ਼ਨ 'ਚ। ਤਾਂ ਜਦੋਂ ਆਪਾਂ ਇੱਧਰ ਵੱਲ ਨੂੰ ਗਏ ਕਰੰਟ ਹੁਣ ਉੱਪਰ ਨੂੰ ਨਹੀਂ ਜਾਂਦਾ, ਕਰੰਟ ਇਹਨੂੰ ਜਾ ਰਿਹਾ, ਕਰੰਟ ਲੋਡ ਰੈਜ਼ਿਸਟੈਂਸ ਚੋਂ ਲੰਘ ਗਿਆ ਤੇ ਵਾਪਸ ਇੱਧਰ ਆ ਕੇ ਸਰਕਟ ਪੂਰਾ ਕਰ ਲਿਆ ਕਰੰਟ ਨੇ। ਤਾਂ ਦਿੱਕਤ ਕੋਈ ਨਹੀਂ ਆਈ ਸਾਨੂੰ। ਲੋਡ ਰੈਜ਼ਿਸਟੈਂਸ ਚੋਂ ਪਹਿਲਾਂ ਵੀ ਰਾਈਟ ਟੂ ਲੈਫਟ ਕਰੰਟ ਗਿਆ ਸੀ, ਹੁਣ ਵੀ ਰਾਈਟ ਟੂ ਲੈਫਟ ਕਰੰਟ ਗਿਆ, ਮਤਲਬ ਪਹਿਲਾਂ ਵੀ ਵੋਲਟੇਜ ਦੀ ਪੋਜ਼ਿਟਿਵ ਹਾਫ ਸਾਈਕਲ ਇੱਥੇ ਆਈ ਸੀ, ਹੁਣ ਵੀ ਪੋਜ਼ਿਟਿਵ ਹਾਫ ਸਾਈਕਲ ਇੱਥੇ ਆਊਗੀ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਹੁਣ ਵੀ ਪੋਜ਼ਿਟਿਵ ਹਾਫ ਸਾਈਕਲ ਇੱਥੇ ਆਊਗੀ, ਨੈਗੇਟਿਵ ਨਹੀਂ ਆਉਂਦੀ। ਸਟੋਰੀ ਕਲੀਅਰ ਹੈ ਕਿ ਨਹੀਂ ਕਲੀਅਰ? ਇਹਨੂੰ ਥੋੜਾ ਸੈੱਟ ਕਰਕੇ ਬਣਾ ਲਿਓ, ਮੇਰੇ ਕੋਲ ਸਪੇਸ ਘੱਟ ਆ। ਤਾਂ ਦੋਨੇ ਹਾਫ ਸਾਈਕਲ ਕੰਪਲੀਟ ਬਣੀਆਂ, ਦੇਖੋ ਦੋਨੋਂ ਪੋਜ਼ਿਟਿਵ ਹਾਫ ਸਾਈਕਲ। ਬੱਚੇ ਕਹਿੰਦੇ ਆ ਪੋਜ਼ਿਟਿਵ ਕਿਉਂ ਬਣੀ ਜੇ ਨੈਗੇਟਿਵ ਕਿਉਂ ਨਹੀਂ ਬਣੀ? ਕਿਉਂਕਿ ਪਿਛਲੀ ਵਾਰ ਵੀ ਰਾਈਟ ਟੂ ਲੈਫਟ ਕਰੰਟ ਜਾ ਰਿਹਾ ਸੀ ਇਹ ਚੋਂ, ਹੁਣ ਵੀ ਰਾਈਟ ਟੂ ਲੈਫਟ ਜਾ ਰਿਹਾ। ਦੋਨੋਂ ਕੇਸਿਸ 'ਚ ਇੱਕੋ ਡਾਇਰੈਕਸ਼ਨ 'ਚ ਜੇ ਕਰੰਟ ਚੱਲੇ ਕਿਸੇ ਲੋਡ ਰੈਜ਼ਿਸਟੈਂਸ ਚੋਂ ਤਾਂ ਡੀਸੀ ਕਰੰਟ ਹੀ ਹੁੰਦਾ, ਏਸੀ ਥੋੜੀ ਹੁੰਦੀ ਹੈ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਕਰਕੇ ਇਹ ਡੀਸੀ ਹੋ ਗਿਆ ਮੇਰੇ ਕੋਲ, ਓਕੇ। ਫਿਰ ਉਸ ਤੋਂ ਬਾਅਦ ਉਹ ਹਾਫ ਸਾਈਕਲ ਦੁਬਾਰਾ ਰਿਪੀਟ ਹੋ ਗਈ, ਉੱਪਰ ਵਾਲਾ ਪੁਆਇੰਟ ਪੋਜ਼ਿਟਿਵ ਤੇ ਨੀਚੇ ਵਾਲਾ ਨੈਗੇਟਿਵ। ਤਾਂ ਹੁਣ D1 ਫਾਰਵਰਡ D2 ਰਿਵਰਸ, ਫਿਰ ਦੁਬਾਰਾ ਹਾਫ ਸਾਈਕਲ ਆ ਗਈ। ਇਸੇ ਤਰੀਕੇ ਨਾਲ ਸਾਰੀਆਂ ਹਾਫ ਸਾਈਕਲਸ ਜਿਹੜੀਆਂ ਆ ਉਹ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਰਿਪੀਟ ਹੁੰਦੀਆਂ। ਸਾਰੀਆਂ ਹਾਫ ਸਾਈਕਲਸ ਇੱਕ ਹੀ ਡਾਇਰੈਕਸ਼ਨ, ਪੋਜ਼ਿਟਿਵ ਹਾਫ ਸਾਈਕਲ, ਠੀਕ ਆ, ਸਾਰੀਆਂ ਦੀਆਂ ਸਾਰੀਆਂ ਬਣ ਗਈਆਂ। ਹੈ ਤਾਂ ਇਹ ਵੀ ਡੀਸੀ ਆ, ਨੈਗੇਟਿਵ ਡਾਇਰੈਕਸ਼ਨ 'ਚ ਨਹੀਂ ਨਾ ਗਿਆ ਕੋਈ ਵੀ, ਸਾਰਾ ਕਰੰਟ ਪੋਜ਼ਿਟਿਵ ਰਿਹਾ, ਸਾਰਾ ਕਰੰਟ ਪੋਜ਼ਿਟਿਵ ਰਿਹਾ ਤਾਂ ਇਹ ਡੀਸੀ ਬਣ ਗਈ। ਇਹ 'ਚ એનર્ਜੀ ਦਾ ਲਾਸ ਘੱਟ ਹੋਇਆ ਐਜ਼ ਕੰਪੇਅਰ ਟੂ ਹਾਫ ਵੇਵ ਰੈਕਟੀਫਾਇਰ। ਇਹ 'ਚ એનર્ਜੀ ਦਾ ਲਾਸ ਘੱਟ ਹੋਇਆ, ਠੀਕ ਹੈ ਨਾ। ਦੋਨੋਂ ਹਾਫ ਰੈਕਟੀਫਾਈ ਹੋ ਗਏ, ਦੋਨੋਂ ਹਾਫ ਰੈਕਟੀਫਾਈ ਹੋ ਗਏ, એનર્ਜੀ ਦਾ ਲਾਸ ਘੱਟ ਹੋਇਆ। ਜੇ ਆਈਡੀਅਲ ਡਾਇਓਡ ਹੋਣ ਦੋਨੇ ਤਾਂ એનર્ਜੀ ਦਾ ਲਾਸ ਬਿਲਕੁਲ ਨਹੀਂ ਹੁੰਦਾ, 100% એનર્ਜੀ ਦੂਜੇ ਪਾਸੇ ਮਿਲਦੀ ਹੈ। ਪਰ ਆਈਡੀਅਲ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਵੀ ਕੁਝ ਵੀ ਨਹੀਂ। ਤਾਂ ਕਰਕੇ ਜਿਹੜੀ એનર્ਜੀ ਹੈ ਸਾਡੇ ਕੋਲੇ ਉਹਦਾ ਲਾਸ ਆਪਾਂ ਲਿਖ ਸਕਦੇ ਹਾਂ। ਇਹਦੇ ਵਿੱਚ ਐਫੀਸ਼ੀਐਂਸੀ ਇਹਦੀ ਆ ਲਾਸ 19% ਲਾਸ ਹੋ ਜਾਂਦਾ, ਇਹਦੀ ਐਫੀਸ਼ੀਐਂਸੀ ਆ ਇਹਦੀ ਡਬਲ ਕਰ ਦਿਓ 81.2%, 40.6 ਦਾ ਡਬਲ ਕਰ। ਇਹਦੀ ਐਫੀਸ਼ੀਐਂਸੀ ਜਿਹੜੀ ਮੈਕਸਿਮਮ ਆ ਉਹ 81.2% ਆ, ਮਤਲਬ ਇਹਦੀ 81% ਤੋਂ ਉੱਪਰ ਐਫੀਸ਼ੀਐਂਸੀ ਨਹੀਂ ਜਾਂਦੀ। ਹਾਫ ਵੇਵ ਦੀ 40.6 ਤੋਂ ਉੱਪਰ ਨਹੀਂ ਜਾਂਦੀ। ਰਿਪਲ ਫ੍ਰੀਕੁਐਂਸੀ ਸੁਣਿਓ ਧਿਆਨ ਦੇ ਨਾਲ, ਇਹ ਬੜਾ ਇੰਪੋਰਟੈਂਟ ਫੈਕਟਰ ਆ। ਐਜ਼ ਪਰ ਆ ਰਿਪਲਸ ਇਹਦੇ ਤੋਂ ਡਬਲ ਫ੍ਰੀਕੁਐਂਸੀ ਦੇ ਆ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਠੀਕ ਹੈ ਨਾ। ਰਿਪਲਸ ਦੇਖੋ, ਇੱਕ ਵਾਰ ਪੋਜ਼ਿਟਿਵ ਇੱਕ ਵਾਰ ਨੈਗੇਟਿਵ, ਅਗਲਾ ਰਿਪਲ ਇੱਥੇ ਆਇਆ ਸੀ ਪਿਛਲੀ ਵਾਰ, ਅੱਜ ਕੱਲ੍ਹ ਇੱਥੇ ਹੀ ਆ ਗਿਆ ਉਹ। ਇਟ ਮੀਨਸ ਰਿਪਲਸ ਦੀ ਫ੍ਰੀਕੁਐਂਸੀ ਜਿਹੜੀ ਆ, ਠੀਕ ਆ, ਦੈਟ ਇਜ਼ ਡਬਲ, ਉਹ ਦੁੱਗਣੀ ਆ, ਡਬਲ ਆ। ਰਿਪਲ ਫ੍ਰੀਕੁਐਂਸੀ ਇਜ਼ ਇਕੁਅਲ ਟੂ ਟਵਾਈਸ ਆਫ ਇਨਪੁਟ ਫ੍ਰੀਕੁਐਂਸੀ। ਨੋਟ ਕਰਿਓ ਇਸ ਗੱਲ। ਰਿਪਲ ਫ੍ਰੀਕੁਐਂਸੀ ਇਜ਼ ਇਕੁਅਲ ਟੂ ਟਵਾਈਸ ਆਫ ਇਨਪੁਟ ਫ੍ਰੀਕੁਐਂਸੀ। ਇਨਪੁਟ ਫ੍ਰੀਕੁਐਂਸੀ ਦੀ ਡਬਲ ਹੁੰਦੀ ਹੈ ਰਿਪਲ ਫ੍ਰੀਕੁਐਂਸੀ, ਇਹ ਗੱਲ ਤੁਹਾਡੇ ਯਾਦ ਹੋਣੀ ਚਾਹੀਦੀ ਹੈ। ਫੋਲੋ ਕਰ ਰਹੇ ਮੇਰੀ ਗੱਲ ਨੂੰ? ਐਗਜ਼ਾਮਪਲ ਦੇ ਦਿਓ। ਫॉर ਇਨਪੁਟ ਫ੍ਰੀਕੁਐਂਸੀ 50, ਰਿਪਲ ਫ੍ਰੀਕੁਐਂਸੀ ਕਿੰਨੀ ਆ ਗਈ? ਬੋਲੋ ਬਈ, ਗੁਰਨੂਰ ਕਿੰਨੀ ਆ ਪੁੱਤਰ? ਰਿਪਲ ਫ੍ਰੀਕੁਐਂਸੀ ਕਿੰਨੀ ਆ ਗੁਰਨੂਰ? Yes, sir. बेटा रिपल फ्रीक्वेंसी कितनी? Double. डबल, यानी कि 50 ਦੀ ਕਿੰਨੀ ਬਣ ਗਈ? 100. 100। ਓਕੇ, ਇਸ ਗੱਲ ਦਾ ਖਾਸ ਖਿਆਲ ਕਰ ਲਿਓ। ਮੈਨੂੰ ਪੂਰੀ ਉਮੀਦ ਹੈ ਤੁਹਾਡੇ ਸਮਝ ਆ ਗਿਆ, ਤੇ ਜੇ ਕਿਸੇ ਨੂੰ ਕੋਈ ਸ਼ੱਕ ਆ ਪੁੱਛ ਲਓ। चलो हाँ बेटा। रिपल फ्रीक्वेंसी डबल क्यों हो गया? क्योंकि रिपल्स देख, पिछली एदी फ्रीक्वेंसी देख, एदी फ्रीक्वेंसी च की आ बई, एक चीज इत्थे जाके रिपीट हो रही है ना। Yes. एक वेव कह लो, एक इत्थे जाके रिपीट हो रही है, इत्थे वही चीज कित्थे रिपीट हो रही है? डबल टाइम हुई कि नहीं हुई? Yes.
फिर किड्डी गल आ जाओ। चलो भी नैक्सट चलांगे। एक ना जीनर डायोड हुंदा, ਇਹਦੇ ਬਾਰੇ ਹਲਕੀ ਫੁਲਕੀ ਗੱਲਬਾਤ ਨੋਟ ਕਰ ਲਓ, ਬਹੁਤ ਖਲਾਰਾ ਤਾਂ ਨਹੀਂ ਪਾਉਂਦੇ ਕਿਉਂਕਿ ਟ੍ਰਾਂजिस्टर ਤੇ ਜਾਵਾਂਗੇ। ਠੀਕ ਆ, ਜ਼ੀਨਰ ਡਾਇਓਡ ਦੇ ਬਾਰੇ ਥੋੜੀ ਜੀ ਗੱਲਬਾਤ ਤੁਸੀਂ ਨੋਟ ਕਰ ਸਕਦੇ ਹੋ। ਜ਼ੀਨਰ ਡਾਇਓਡ ਜਿਹੜਾ ਹੈਗਾ ਉਹ ਕੌਣ ਆ? ਜ਼ੀਨਰ ਡਾਇਓਡ बेटा जीनर डायोड वो डायोड है जो रिवर्स बायस दे विच जीनर ब्रेकडाउन वोल्टेज रीजन यानी कि जीनर वोल्टेज तो उपर वाला रीजन जिहदे विच वो डायोड आपां मान जन्ने खराब हो जांदा उस रीजन च वर्क करता। ठीक है, लिख दो इट इज अ स्पेशली डिजाइंड डायोड। इट इज अ स्पेशली डिजाइंड डायोड टू ऑपरेट। इट इज अ स्पेशली डिजाइंड डायोड to operate under reverse bias, to operate under reverse bias in reverse breakdown voltage region, in reverse breakdown voltage region, reverse breakdown voltage region ਦੇ ਵਿੱਚ ਜਿਹੜਾ ਵਧੀਆ ਵਰਕ ਕਰੇ। ठीक है, विदाउट एनी डैमेज, खराब हुए बिना, विदाउट बीइंग डैमेज्ड लिख लो, विदाउट बीइंग डैमेज्ड, डैमेज होए तो बिना खराब जिहड़ा हैगा ये वर्क करे रिवर्स बायस दे विच। मैं माड़ा जिहा समझा दिना, देखो जीनर डायोड नूं बेसिकली रिवर्स की यूज करते, जीनर डायोड दा सिंबल आ हुंदा, बना सकदे तुसीं, पूछा मरोड़ दो। ठीक है, दिस इज द सिंबल ऑफ जीनर डायोड, ये जीनर डायोड का सिंबल है, ध्यान रखो। वही आ पी हो गया, एन हो गया, कोई नवी चीज नहीं। ठीक है ना, जस्ट एक इदा भी रिवर्स बायस वोल्टेज रीजन जिहड़ा है, देखो मैं तुहानूं एक डायग्राम बना देना, तुसीं पहला बनाया भी होया। की करिया सी आपां इधर वाल नूं वोल्टेज ते नीचे वाल नूं करंट, जिहनूं रिवर्स करंट बोलदे सी, ते साडा जिहड़ा ग्राफ आया सी रिवर्स बायस दे विच, वो ग्राफ कुछ इस टाइप दा आया सी, याद है? ग्राफ एकदम नीचे वाल नूं डिग गया सी ते मैं तुहानूं आख्या सी भी आ जिहड़ी वोल्टेज आ वाली आपां इहनूं बोले सी VZ या V जीनर। V जीनर जिहड़ी वोल्टेज आ, इस तो उपर करंट नहीं चलदा, इस तो उपर करंट आउट बाहला चलदा, मतलब आउट ऑफ स्केल हो जांदा, मतलब साडीआं जिहड़ियां डिवाइसेस आ उहनूं शो करना बंद कर दिंदियां, आउट ऑफ स्केल चल जांदा, बाहर चल जांदा। ਤਾਂ ਇਸ ਰੀਜਨ ਦੇ ਵਿੱਚ ਜੇ ਆਪਾਂ ਵਰਕਿੰਗ ਦੇਖਣੀ ਹੋਵੇ ਤਾਂ ਫਿਰ ਆਪਾਂ ਨਾਰਮਲ ਡਾਇਓਡ ਨਹੀਂ ਯੂਜ਼ ਕਰਦੇ, ਫਿਰ ਆਪਾਂ ਜ਼ੀਨਰ ਡਾਇਓਡ ਯੂਜ਼ ਕਰਦੇ। ਮਤਲਬ ਇਸ ਰੀਜਨ ਦੇ ਵਿੱਚ ਵੀ ਵਰਕ ਕਰੇ ਜੇ ਤਾਂ ਇਹ ਖਰਾਬ ਨਹੀਂ ਹੁੰਦਾ। ਵੋਲਟੇਜ ਘਟਾ ਦੋਗੇ ਤਾਂ ਇਸ ਰੀਜਨ 'ਚ ਘਟ ਜੂਗਾ ਕਰੰਟ, ਵਧਾ ਦੋਗੇ ਤਾਂ ਵੱਧ ਜੂਗਾ ਕਰੰਟ, ਆਊਟ ਆਫ ਸਕੇਲ ਵੀ ਹੋ ਜੂਗਾ, ਬਟ ਖਰਾਬ ਨਹੀਂ ਹੁੰਦਾ। ਜਿਹਦਾ ਨਾਰਮਲ ਡਾਇਓਡ ਜਿਹੜਾ ਖਰਾਬ ਹੋ ਜਾਂਦਾ ਨੇ, ਖਰਾਬ ਨਹੀਂ ਹੁੰਦਾ। ਫੋਲੋ ਕਰ ਰਹੇ ਆ? ਬੋਲੋ ਬਈ। Yes, sir. ਵੋਲਟੇਜ ਨੂੰ ਰੈਗੂਲੇਟ ਕਰਨ ਦੇ ਕੰਮ ਆਉਂਦਾ ਏ। ਕੀ ਕੰਮ ਆਉਂਦਾ? ਬਸ ਐਰੋ ਲਾ ਕੇ ਲਿਖ ਲਿਓ ਕਿਉਂਕਿ ਬਾਹਲਾ ਜ਼ਿਆਦਾ। ਇਟ ਇਜ਼ ਯੂਜ਼ਡ ਇਨ ਵੋਲਟੇਜ ਰੈਗੂਲੇਸ਼ਨ। ਐ ਕਰੋ ਪਹਿਲਾਂ ਤੈਨੂੰ ਰਿਵਰਸ ਬਾਇਸ ਜੋੜੋ, E ਨੂੰ ਨੈਗੇਟਿਵ, N ਨੂੰ ਪੋਜ਼ਿਟਿਵ, ਰਿਵਰਸ ਦੇ ਵਿੱਚ ਫਾਰਵਰਡ ਚ ਕਾ ਜੋੜਨਾ। ਠੀਕ ਆ, ਇਹਨੂੰ ਰਿਵਰਸ ਦੇ ਵਿੱਚ ਯੂਜ਼ ਕਰਦੇ ਆ, ਰਿਵਰਸ ਬਾਇਸ ਦੇ ਵਿੱਚ। ਐਂਡ ਇਟ ਇਜ਼ ਯੂਜ਼ਡ ਇਨ ਵੋਲਟੇਜ ਰੈਗੂਲੇਸ਼ਨ। ਇਹਨੂੰ ਵੋਲਟੇਜ ਰੈਗੂਲੇਸ਼ਨ ਦੇ ਵਿੱਚ ਯੂਜ਼ ਕਰਦੇ, ਯਾਨੀ ਕਿ ਇਹਨੂੰ ਵੋਲਟੇਜ ਫਲਕਚੁਏਟਿੰਗ ਵੋਲਟੇਜ ਜਿਹੜੀ ਆ ਉਹਨੂੰ ਰੈਗੂਲੇਟ ਕਰਨ ਦੇ ਕੰਮ ਲੈਂਦੇ ਆ। ਰੈਕਟੀਫਾਇਰ ਦੀ ਆਊਟਪੁੱਟ ਵੋਲਟੇਜ ਨੂੰ ਰੈਗੂਲੇਟ ਕਰਨ ਦੇ ਕੰਮ ਲੈਂਦੇ ਆ। ਠੀਕ ਆ,
voltage regulation of rectifiers output. Rectifiers fluctuate. Rectifiers output DC. ब्रैकेट च पा दो fluctuating. ਇੰਨਾ ਕਿ ਜੇ ਤੁਸੀਂ ਕਰ ਲਓ ਤਾਂ ਮੈਂ ਖੁਸ਼ ਹਾਂ। ਠੀਕ ਹੈ ਜੀ, ਵਰਕਿੰਗ ਵੀ ਸਮਝਾ ਦੂੰਗਾ, ਕੋਈ ਵੱਡੀ ਗੱਲ ਨਹੀਂ, ਕੱਲ ਵਾਲੇ ਲੈਕਚਰ 'ਚ ਸਮਝਾ ਦੂੰਗਾ, ਹੈ ਤਾਂ ਈਜ਼ੀ ਹੈ। ਅੱਛਾ, ਕੁਝ ਹੋਰ ਡਾਇਓਡ ਹੈਗੇ ਆ, ਲਾਈਟ ਇਮਿਟਿੰਗ ਡਾਇਓਡ, ਫੋਟੋ ਡਾਇਓਡ, ਸੋਲਰ ਸੈੱਲ। हाँ भाई, नोट कर लिया बेटा। जीनर डायोड क्लियर। ਤਾਂ बेटा देखियो ध्यान ਦੇ ਨਾਲ, जीनर डायोड ਤੋਂ ਬਾਅਦ 2-3 ਟਾਈਪ ਦੇ ਡਾਇਓਡ ਹੋਰ ਲਿਖ ਲੈਣੇ ਆਪਾਂ, ਸ਼ਾਰਟ ਚ ਲਿਖਾਂਗੇ, ਠੀਕ ਹੈ ਨਾ, ਵੀ ਹੋਰ ਡਾਇਓਡ ਕਿਹੜੇ ਕਿਹੜੇ ਆ। जीनर डायोड ਤੋਂ ਬਾਅਦ, हाँ बोलो बेटा। सर ये हम कॉल करेंगे। हाँ बिल्कुल करा दो। ठीक है। ਸੈਕੰਡ ਟਾਈਪ, ਇੱਕ ਟਾਈਪ ਦਾ ਡਾਇਓਡ ਦੇ ਟਾਈਪ ਹੀ ਕਹਿ ਲਓ। ਪਹਿਲਾ जीनर डायोड, ਐ ਸਮਝ ਲਓ ਵੀ ਆਪਾਂ ਡਾਇਓਡ ਦੇ ਟਾਈਪ ਕਰ ਰਹੇ ਹਾਂ, ਠੀਕ ਹੈ ਨਾ, ਜਸਟ ਇਹਨਾਂ ਧਿਆਨ ਰੱਖ ਲਿਓ। ਤਾਂ ਸੈਕੰਡ ਟਾਈਪ ਸਾਡਾ ਕੀ ਹੋ ਗਿਆ, ਲਾਈਟ ਐਮਿਟਿੰਗ ਡਾਇਓਡ। ਲਾਈਟ ਐਮਿਟਿੰਗ ਡਾਇਓਡ, ਲਾਈਟ ਐਮਿਟਿੰਗ ਡਾਇਓਡ ਨੂੰ ਸਿੰਪਲ ਲੈਂਗੁਏਜ ਬੋਲਦੇ LED। LED formed with semiconductor gallium arsenide phosphide। ਗੈਲੀਅਮ ਆਰਸੇਨਾਈਡ ਫਾਸਫਾਈਡ ਨਾਲ ਬਣਦਾ, ਗੈਲੀਅਮ ਆਰਸੇਨਾਈਡ ਫਾਸਫਾਈਡ। ਖਾਸ ਗੱਲ ਸੁਣੋ ਕੀ ਹੈ, ਲਾਈਟ ਐਮਿਟਿੰਗ ਡਾਇਓਡ, ਖਾਸ ਗੱਲ LED ਹੁੰਦੀ ਕੀ ਆ, ਲਾਈਟ ਐਮਿਟਿੰਗ ਡਾਇਓਡ ਇੱਕ ਡਾਇਓਡ ਆ, ਬੜਾ ਸਿੰਪਲ ਜਿਹਾ, ਲਾਈਟ ਐਮਿਟ ਕਰਦਾ, ਹੋਰ ਕੁਝ ਨਹੀਂ। ਬਲਬ ਹੁੰਦੇ ਨੇ ਛੋਟੇ ਦੀਵਾਲੀ ਤੇ ਟੰਗੀ ਦੇ ਜਿਹੜੇ, LED ਹੁੰਦੀਆਂ, ਹੋਰ ਤੇ ਕੀ ਅੱਜ ਕੱਲ ਟ੍ਰੈਂਡ ਹੈ LED ਦਾ। ਲਾਈਟ ਐਮਿਟਿੰਗ ਡਾਇਓਡ ਬੇਸਿਕਲੀ ਡਾਇਓਡ ਆ, ਠੀਕ ਆ, ਐਂਡ ਇਟ ਲੁਕਸ ਲਾਈਕ ਅ ਟਾਈਨੀ ਬਲਬ, ਬੜੇ ਛੋਟੇ ਜਿਹੇ ਬਲਬ ਦੀ ਤਰ੍ਹਾਂ ਟ੍ਰੀਟ ਕਰਦਾ, ਨਿੱਕਾ ਜਿਹਾ ਬਲਬ ਜਗ ਰਿਹਾ ਹੁੰਦਾ, ਠੀਕ ਹੈ, ਜਸਟ ਡੈਕੋਰੇਸ਼ਨ ਵਾਸਤੇ ਯੂਜ਼ ਕਰ ਰਹੇ। ਇਸ ਤੋਂ ਇਲਾਵਾ ਬਹੁਤ ਥਾਵਾਂ ਤੇ ਯੂਜ਼ ਹੁੰਦਾ, ਕਿੱਥੇ ਨਹੀਂ ਯੂਜ਼ ਹੁੰਦਾ ਅੱਜ ਕੱਲ ਤਾਂ ਮੋਬਾਈਲ ਫੋਨਸ ਦੇ ਵਿੱਚ ਯੂਜ਼ ਹੋ ਰਿਹਾ, ਕੈਲਕੂਲੇਟਰਸ ਦੇ ਵਿੱਚ ਯੂਜ਼ ਹੋ ਰਿਹਾ, ਲੈਪਟਾਪਸ, ਕੰਪਿਊਟਰ, ਇਲੈਕਟ੍ਰੋਨਿਕ ਡਿਵਾਈਸਿਸ, ਈਵਨ ਇਲੈਕਟ੍ਰੀਕਲ ਡਿਵਾਈਸਿਸ ਵੀ ਬਹੁਤ ਸਾਰੀਆਂ ਆ ਗਈਆਂ ਜਿਨ੍ਹਾਂ ਦੇ ਵਿੱਚ ਯੂਜ਼ ਹੋ ਰਿਹਾ LED। ਜਿੱਥੇ ਨਿੱਕੇ ਨਿੱਕੇ ਜਿਹੇ ਬਲਬ ਲੱਗੇ ਹੋਣ ਉਹ LED ਹੈ, ਲਾਈਟ ਐਮਿਟਿੰਗ ਡਾਇਓਡ, ਠੀਕ ਆ, ਬਹੁਤ ਘੱਟ એનર્ਜੀ ਕੰਜ਼ੰਪਸ਼ਨ ਹੁੰਦਾ। ਵੱਡੇ ਬਲਬ ਦੇ ਵਿੱਚ ਵੀ ਯੂਜ਼ ਹੋ ਰਿਹਾ, ਵੱਡੇ ਬਲਬ ਦੇ ਵਿੱਚ ਇੱਕ LED ਨਹੀਂ ਹੁੰਦੀ, ਉਹ ਬਹੁਤ ਸਾਰੀਆਂ LEDs ਦਾ ਕੰਬੀਨੇਸ਼ਨ ਬਣਾ ਕੇ ਆ ਟਿਊਬਲਾਈਟ ਆ ਰਹੀ ਹੈ ਆਪਣੇ ਕੋਲ, LED ਆ, ਲਾਈਟ ਐਮਿਟਿੰਗ ਡਾਇਓਡ। ਓਕੇ, ਆ ਜਾਓ। ਤਾਂ ਗੈਲੀਅਮ ਆਰਸੇਨਾਈਡ ਫਾਸਫਾਈਡ, ਠੀਕ ਆ ਬੇਟਾ। ਇਹਦੇ ਵਿੱਚ ਦੂਸਰੀ ਗੱਲ ਆਪਾਂ ਸ਼ਾਰਟ ਜੇ ਲਿਖਾਂਗੇ, ਬੜਾ ਖਲਾਰਾ ਨਹੀਂ ਪਾਉਣਾ। ਲਾਈਟ ਐਮਿਟਿੰਗ ਡਾਇਓਡ ਜਿਹੜਾ ਆ, ਇਹਦੇ ਵਿੱਚ ਕੀ ਹੁੰਦਾ, ਇਹਦਾ ਸਿੰਬਲ ਇਦਾਂ ਦਾ, ਇੱਕ P ਤੇ ਦੂਜਾ N, ਪਤਾ ਹੀ ਆ, ਔਰ ਇਹ ਚੋਂ ਲਾਈਟ ਬਾਹਰ ਕੱਢ ਦਿਓ। ਦਿਸ ਇਜ਼ ਲਾਈਟ ਐਮਿਟਿੰਗ ਡਾਇਓਡ, ਲਾਈਟ ਐਮਿਟ ਕਰ ਰਿਹਾ ਹੈ। ਤੀਰ ਭਾਵੇਂ ਐ ਨੂੰ ਉੱਪਰ ਵੱਲ ਨੂੰ ਲਾ ਦਿਓ, ਐਰੋ ਭਾਵੇਂ ਪਿੱਛੇ ਵੱਲ ਨੂੰ ਲਾ ਦਿਓ, ਨੀਚੇ ਵੱਲ ਨੂੰ, ਐਰੋ ਬਾਹਰ ਜਾਣੀ ਚਾਹੀਦੀਆਂ, ਠੀਕ ਹੈ। ਲਾਈਟ ਐਮਿਟਿੰਗ ਡਾਇਓਡ ਦੀ ਖਾਸੀਅਤ, ਯਾਦ ਹੋ ਗਿਆ, ਬੋਲੋ ਬਈ। ਲਾਈਟ ਐਮਿਟਿੰਗ ਡਾਇਓਡ ਦੀ ਹੋਰ ਖਾਸੀਅਤ ਸੁਣੋ। ਐਕਚੁਅਲੀ ਚ ਕੀ ਹੁੰਦਾ, ਇਹ ਬੇਸਿਕਲੀ ਤਾਂ PN ਜੰਕਸ਼ਨ ਹੀ ਹੁੰਦਾ ਨਾ, ਬੇਸਿਕਲੀ ਤਾਂ P ਆ ਤੇ N, ਇੱਥੇ ਕੀ ਰੀਕੰਬੀਨੇਸ਼ਨ ਹੁੰਦਾ, ਇਲੈਕਟ੍ਰੋਨਸ ਇਧਰੋਂ ਹੋਲ ਆਉਂਦੇ ਆ, ਉਧਰੋਂ ਇਲੈਕਟ੍ਰੋਨ ਆਉਂਦੇ ਆ, ਜੁੜੇ, ਰੀਕੰਬੀਨੇਸ਼ਨ ਹੋਇਆ, એનર્ਜੀ ਰਿਲੀਜ਼ ਹੋਈ। ਜਿਹੜੀ એનર્ਜੀ ਰਿਲੀਜ਼ ਹੋਈ, ਧਿਆਨ ਨਾਲ ਸੁਣੇ ਹੁਣ ਗੱਲ, ਡਿਊਰਿੰਗ ਦ ਰੀਕੰਬੀਨੇਸ਼ਨ ਆਫ ਇਲੈਕਟ੍ਰੋਨਸ ਐਂਡ ਹੋਲਸ, ਜਿਹੜੀ એનર્ਜੀ ਰਿਲੀਜ਼ ਹੋਈ, ਜੇ ਉਹ ਇਨਫਰਾਰੈਡ ਰੀਜਨ ਚ ਰਿਲੀਜ਼ ਹੋ ਜਾਵੇ ਤਾਂ ਹੀਟ ਪ੍ਰੋਡਿਊਸ ਹੋ ਜਾਂਦੀ ਹੈ, ਤੇ ਜੇ ਕਿਤੇ ਉਹ ਵਿਜ਼ੀਬਲ ਰੀਜਨ ਦੇ ਵਿੱਚ ਰਿਲੀਜ਼ ਹੋ ਜਾਵੇ ਤਾਂ ਉੱਥੋਂ ਲਾਈਟ ਬਣ ਜਾਂਦੀ। ਬਸ ਆਹੀ ਕੁੰਡੀ ਆ, ਹੋਰ ਕੋਈ ਕੁੰਡੀ। ਮਤਲਬ ਕਹਿਣ ਦਾ ਇਹ ਵੀ ਰੀਕੰਬਾਈਨ ਹੁੰਦੇ ਜਦੋਂ ਹੋਲਸ ਐਂਡ ਇਲੈਕਟ੍ਰੋਨਸ, ਤਾਂ ਜਿਹੜੀ એનર્ਜੀ ਰਿਲੀਜ਼ ਹੁੰਦੀ ਹੈ ਦੈਟ ਰਿਲੀਜ਼ਸ ਇਨ ਕਿਹੜੇ ਰੀਜਨ ਬੇਟਾ, ਵਿਜ਼ੀਬਲ, ਠੀਕ ਆ। ਜਦੋਂ ਹੋਲ ਤੇ ਇਲੈਕਟ੍ਰੋਨ ਕੰਬਾਈਨ ਹੁੰਦੇ ਜੰਕਸ਼ਨ ਤੇ, ਤਾਂ ਜਿਹੜੀ એનર્ਜੀ ਆ ਉਹ ਵਿਜ਼ੀਬਲ ਰੀਜਨ ਦੇ ਵਿੱਚ ਰਿਲੀਜ਼ ਹੁੰਦੀ ਆ, ਜਿਹੜੀ ਕਿ ਸਾਨੂੰ ਦਿਖ ਜਾਂਦੀ ਆ,
ठीक है ना, ये गल तुसीं नोट कर सकते हैं। ड्यूरिंग द रिकंबीनेशन, ड्यूरिंग द न्यूट्रलाइजेशन लिखो, ड्यूरिंग द न्यूट्रलाइजेशन ऑफ होल्स एंड इलेक्ट्रॉन्स, during the neutralization of holes and electrons, holes and electrons, the energy releases in visible region, मतलब ਜਿਹੜੇ ਫੋਟੋਨ ਰਿਲੀਜ਼ ਹੁੰਦੇ ਆ એનર્ਜੀ ਦੇ, ਉਹ ਵਿਜ਼ੀਬਲ ਰੀਜਨ ਦੀ ਫ੍ਰੀਕੁਐਂਸੀ ਦੇ ਹੁੰਦੇ ਆ, ਐਂਡ ਇਟ ਲੁਕਸ ਲਾਈਕ ਅ ਟਾਈਨੀ ਬਲਬ, ਇੱਕ ਪਤਲਾ ਛੋਟਾ ਜਿਹਾ ਬਲਬ ਦੀ ਤਰ੍ਹਾਂ ਟ੍ਰੀਟ ਕਰਦੇ, ਟਾਈਨੀ ਬਲਬ, ਠੀਕ ਹੈ। ਇਹਨੂੰ ਆਪਾਂ ਕੀ ਬੋਲ ਦਿੰਦੇ ਆ, ਜ਼ੀਨਰ ਲਾਈਟ ਐਮਿਟਿੰਗ ਡਾਇਓਡ ਬਣ ਗਿਆ ਵੀ। ਲਓ ਬਈ ਨੈਕਸਟ, ਇਸ ਤੋਂ ਬਾਅਦ ਆਉਂਦਾ ਸਾਡੇ ਕੋਲ ਫੋਟੋ ਡਾਇਓਡ। ਜਿਹੜਾ ਫੋਟੋ ਡਾਇਓਡ ਆ, ਫੋਟੋ ਡਾਇਓਡ ਉਹ ਇਹਦਾ ਪੁੱਠਾ ਆ, ਇਹ ਚ ਲਾਈਟ ਬਾਹਰ ਆਉਂਦੀ, ਉਹਦੇ ਤੇ ਲਾਈਟ ਆਉਣੀ ਆ, ਐਂਟਰ ਕਰਨੀ ਉਹਦੇ ਵਿੱਚ। ਤਾਂ ਅਗਲਾ ਲਿਖ ਲਓ ਫੋਟੋ ਡਾਇਓਡ, ਨੋਟ ਕਰ ਲਿਆ ਸਾਰਿਆਂ ਨੇ ਬੇਟਾ ਆਹ ਵਾਲਾ? Yes, sir. ਫੋਟੋ ਡਾਇਓਡ ਲਿਖ ਲਓ। ਥਰਡ ਵਨ ਇਜ਼ ਫੋਟੋ ਡਾਇਓਡ। ਫੋਟੋ ਡਾਇਓਡ, ਫੋਟੋ ਡਾਇਓਡ ਕੀ ਹੁੰਦਾ? ਇੱਕ ਇਦਾਂ ਦਾ ਡਾਇਓਡ ਆ, ਸਪੈਸੀਫਿਕ ਮਟੀਰੀਅਲ ਦੀ ਬਣਦੇ ਬੇਟਾ, ਜਿਹੜਾ ਫੋਟੋ ਸੈਂਸਿਟਿਵ ਮਟੀਰੀਅਲ ਦਾ ਬਣਦਾ ਹੈ। ਫੋਟੋ ਸੈਂਸਿਟਿਵ ਮਟੀਰੀਅਲ ਜਾਂ ਫੋਟੋ ਸੈਂਸਿਟਿਵ ਸੈਮੀਕੰਡਕਟਰ ਦਾ, ਮਤਲਬ ਇਹਦੇ ਤੇ ਲਾਈਟ ਐਂਟਰ ਕਰਦੀ, ਜਿੱਦਾਂ ਆਹ ਡਾਇਓਡ ਆ, ਲਾਈਟ ਇਹਦੇ ਤੇ ਡਿੱਗਦੀ ਆ, ਫੋਟੋ ਇਲੈਕਟ੍ਰਿਕ ਇਫੈਕਟ ਜਿੱਦਾਂ ਹੋ ਜਾਂਦਾ ਹੁੰਦਾ ਸੀ, ਉਹ ਚ ਇਲੈਕਟ੍ਰੋਨ ਬਾਹਰ ਆਉਂਦੇ ਸੀ। ਇਹਦੇ ਵਿੱਚ ਕੀ ਆ, ਇਹਦੇ ਵਿੱਚ ਫੋਟੋ ਇਲੈਕਟ੍ਰਿਕ ਇਫੈਕਟ ਹੋਣ ਦੀ ਬਜਾਏ ਇਹ ਚ ਇਲੈਕਟ੍ਰੋਨ ਜਿਹੜੇ ਆ ਉਹ ਕੋਵੈਲੈਂਟ ਬੌਂਡਸ ਦੇ ਵਿੱਚ ਬੈਠੇ ਆ, ਤਾਂ ਜਦੋਂ એનર્ਜੀ ਆਉਂਦੀ ਆ, ਠੀਕ ਆ, ਤਾਂ ਉਹ ਫੋਰਬਿਡਨ એનર્ਜੀ ਗੈਪ ਜਿਹੜਾ ਆ, ਉਹ ਤੋਂ ਜ਼ਿਆਦਾ ਦੀ એનર્ਜੀ ਜੇ ਲਾਈਟ ਆ ਜਾਵੇ ਤਾਂ ਇਲੈਕਟ੍ਰੋਨਸ ਕੋਵੈਲੈਂਟ ਬੌਂਡਸ ਚੋਂ ਬਾਹਰ ਆ ਕੇ ਕੰਡਕਸ਼ਨ ਕਰਵਾ ਦਿੰਦੇ। ਇਹਨੂੰ ਬੋਲ ਦੇਣਾ ਮੈਂ ਫੋਟੋ ਡਾਇਓਡ, ਧਿਆਨ ਰੱਖਿਓ ਕੀ ਬੋਲ ਦੇਣਾ, ਫੋਟੋ ਡਾਇਓਡ, ਠੀਕ ਹੈ ਨਾ। ਫੋਟੋ ਡਾਇਓਡ ਦੇ ਵਿੱਚ ਕੀ ਆ, ਪਤਾ ਲੱਗ ਗਿਆ ਬੇਟਾ? ਲਾਈਟ ਐਮਿਟਿੰਗ ਡਾਇਓਡ ਲਾਈਟ ਐਮਿਟ ਕਰਦਾ ਸੀ, ਇਹ ਲਾਈਟ ਇਹਦੇ ਤੇ ਡਿੱਗਦੀ ਆ, ਇਹ ਫੋਟੋ ਡਾਇਓਡ। ਇਹਦਾ ਸਿੰਬਲ ਇਦਾਂ ਦਾ ਹੋਊਗਾ, ਇਹ ਤੇ ਲਾਈਟ ਆਉਂਦੀ ਹੈ, ਠੀਕ ਹੈ, ਤੇ ਲਾਈਟ ਆਉਂਦੀ ਹੈ, ਇਨਸੀਡੈਂਟ ਕਰਦੀ, ਠੀਕ ਹੈ ਬੇਟਾ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਬੋਲੋ ਬਈ। ਫੋਟੋ ਡਾਇਓਡ ਮੈਂ ਤੁਹਾਨੂੰ ਇਮੇਜ ਦਿਖਾ ਦਿੰਦਾ ਗੂਗਲ ਤੋਂ ਹੀ, ਫੋਟੋ ਡਾਇਓਡ ਕਿਦਾਂ ਦੇ ਹੁੰਦੇ ਆ। ਸ਼ੇਅਰ ਕਰਨ ਲੱਗਿਆ ਮੈਂ ਇੱਕ ਇਮੇਜ, ਦੇਖਿਓ ਦਿਖਾਈ ਦੇ ਰਿਹਾ ਤੁਹਾਨੂੰ? Yes, sir. ਆਹ ਵਾਲਾ ਫੋਟੋ ਡਾਇਓਡ ਆ, ਯੈਲੋ ਵਾਲਾ ਜਿਹੜਾ ਦਿਖ ਰਿਹਾ ਤੁਹਾਨੂੰ, ਠੀਕ ਹੈ ਨਾ, ਆਹ ਵਾਲਾ ਇਹ ਫੋਟੋ ਡਾਇਓਡ ਆ। ਓਕੇ, ਹੁਣ ਇਹਦੇ ਵਿੱਚ ਦੇਖੋ ਉੱਪਰ ਵਾਲਾ ਪਾਸਾ ਖਾਲੀ ਆ, ਉੱਪਰ ਵਾਲਾ ਪਾਸਾ ਜਿਹੜਾ ਹੈਗਾ ਓਪਨ ਆ। ਓਪਨ ਦਾ ਮਤਲਬ ਜਾਂ ਉਹਦੇ ਤੇ ਲਾਈਟ ਇਨਸੀਡੈਂਟ ਹੋਣ ਦਾ ਪ੍ਰੋਵੀਜ਼ਨ ਰੱਖਿਆ ਹੋਇਆ ਹੈ ਕਿ ਉਹ ਲਾਈਟ ਜੰਕਸ਼ਨ ਤੇ ਫਾਲ ਕਰੇ, ਲਾਈਟ ਪੀਐਨ ਜੰਕਸ਼ਨ ਤੇ ਫਾਲ ਕਰੇ, ਔਰ ਉੱਥੋਂ ਜਿਹੜੇ ਇਲੈਕਟ੍ਰੋਨਸ ਆ ਉਹ ਕੋਵੈਲੈਂਟ ਬੌਂਡਸ ਤੋਂ ਲੀਵ ਹੋਣ, ਲੀਵ ਹੋ ਕੇ ਉਹ ਕੰਡਕਸ਼ਨ ਦੇ ਵਿੱਚ ਪਾਰਟ ਕਰਨ, ਤਾਂ ਕਰੰਟ ਚੱਲਣ ਲੱਗ ਜਾਂਦਾ ਹੈ ਔਰ ਜ਼ਿਆਦਾ ਚੱਲਦਾ। ਫੋਲੋ ਕਰ ਰਹੇ? ਸਮਝ ਆ ਗਈ? ਇਹ ਲਾਈਟ ਐਮਿਟਿੰਗ ਡਾਇਓਡ ਆ। ਸਟੋਰੀ ਕਲੀਅਰ ਹੈ ਕਿ ਨਹੀਂ ਕਲੀਅਰ? ਬੋਲੋ ਬਈ। Yes, sir. ਅਗਲੀ ਸਟੋਰੀ ਸੁਣੋ ਹੁਣ। ਇੱਕ ਇਹਨੂੰ ਹਮੇਸ਼ਾ ਰਿਵਰਸ ਬਾਇਸ ਚ ਵਰਕ ਕਰਾਉਣਾ। ਇਟ ਇਜ਼ ਯੂਜ਼ਡ always in reverse bias, ਇਹਨੂੰ ਫਾਰਵਰਡ ਚ ਯੂਜ਼ ਨਹੀਂ ਕਰਦੇ, ਇਹਨੂੰ ਹਮੇਸ਼ਾ ਰਿਵਰਸ। ਥਿਉਰੀ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਦੱਸੀਆਂ ਹੋਈਆਂ ਇਹ ਗੱਲਾਂ ਵੀ ਕਿਉਂ ਰਿਵਰਸ ਯੂਜ਼ ਨਹੀਂ ਕਰਦੇ। ਆਪਾਂ ਨੂੰ ਇੱਥੇ ਇਦਾਂ ਵੀ ਥੋੜਾ ਜਿਹਾ ਟਾਈਮ ਦੀ ਸ਼ਾਰਟੇਜ ਕਹਿ ਲਓ, ਠੀਕ ਹੈ ਨਾ। ਰਿਵਰਸ ਬਾਇਸ ਦੇ ਵਿੱਚ
ਇਹਨੂੰ ਹਮੇਸ਼ਾ ਯੂਜ਼ ਕਰਦੇ ਆ। ਮੀਨਸ ਮੈਂ ਜੇ ਯੂਜ਼ ਕਰਨਾ ਇਹਨੂੰ ਰਿਵਰਸ ਚ ਲਗਾਤਾ, P ਨੂੰ ਨੈਗੇਟਿਵ N ਨੂੰ ਪੋਜ਼ਿਟਿਵ। ਹੁਣ ਤਾਂ ਸਮਝ ਆਉਣ ਲੱਗ ਗਈ ਤੁਹਾਡੇ। ਹੁਣ ਇਹ ਰਿਵਰਸ ਬਾਇਸ ਚ ਕੰਮ ਕੀ ਕਰਦਾ, ਇੱਕ ਰੈਜ਼ਿਸਟੈਂਸ ਲਗਾ ਦਿਓ, ਮੰਨ ਲਓ ਸਰਕਟ ਚ ਛੋਟੀ ਜੀ RL, ਇੱਕ ਮਾਈਕਰੋਮੀਟਰ ਲਗਾ ਦਿਓ ਕਰੰਟ ਮੇਜਰ ਕਰਨ ਵਾਸਤੇ, ਮਾਈਕਰੋਮੀਟਰ, ਠੀਕ ਹੈ ਨਾ। ਰਿਵਰਸ ਬਾਇਸ ਦੇ ਵਿੱਚ ਜਦੋਂ ਇਹਨੂੰ ਯੂਜ਼ ਕਰਾਂਗੇ ਤਾਂ ਇਹ ਕਿੱਦਾਂ ਕੰਮ ਕਰਦਾ, ਇਹਦਾ ਇੱਕ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੈ ਛੋਟਾ ਜਿਹਾ, ਮੈਂ ਡਰਾ ਕਰ ਦੇਣਾ ਗ੍ਰਾਫ, ਤੁਹਾਨੂੰ ਧਿਆਨ ਨਾਲ ਸੁਣ ਲਿਓ। ਰਿਵਰਸ ਕਰੰਟ, ਆ ਰਿਵਰਸ ਵੋਲਟੇਜ, ਇੱਧਰ ਵੱਲ ਨੂੰ ਰਿਵਰਸ ਕਰੰਟ ਆਈ, ਠੀਕ ਹੈ। ਨੀਚੇ ਵੱਲ ਨੂੰ ਗ੍ਰਾਫ ਬਣਦਾ ਰਿਵਰਸ ਬਾਇਸ ਚ, ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ। ਫਾਰਵਰਡ ਵਾਲਾ ਜਾਂਦਾ ਫਸਟ ਕੁਆਡਰੈਂਟ ਚ, ਥਰਡ ਚ ਜਾਂਦਾ। ਓਕੇ, ਹਾਂਜੀ ਬੇਟਾ ਦੇਖਿਓ, ਦੇਖੋ ਜਦੋਂ ਇਹ ਵੋਲਟੇਜ ਜਿਹੜੀ ਆ, ਠੀਕ ਹੈ ਨਾ, ਇਹ ਵੋਲਟੇਜ ਜਿੰਨੀ ਮਰਜ਼ੀ ਆ, ਓਕੇ। ਰਿਵਰਸ ਬਾਇਸ ਚ ਤੁਹਾਨੂੰ ਵੀ ਪਤਾ ਵੀ ਕੋਈ ਵੀ ਡਾਇਓਡ ਜਿਹੜਾ ਹੈਗਾ ਉਹ ਕਰੰਟ ਸਿਰਫ ਮਾਈਨਰ ਚਾਰਜ ਕੈਰੀਅਰਸ ਦੇ ਕਰਕੇ ਚਲਾਉਂਦਾ, ਮੇਜਰ ਚਾਰਜ ਕੈਰੀਅਰ ਕਰਕੇ ਕੋਈ ਕਰੰਟ ਨਹੀਂ। ਇਹਦਾ ਮਤਲਬ ਇਹ ਹੈ ਵੀ ਜਦੋਂ ਲਾਈਟ ਇਨਸੀਡੈਂਟ ਨਹੀਂ ਕਰਦੀ ਉਸ ਟਾਈਮ ਇਹ ਡਾਇਓਡ ਸਿਰਫ ਤੇ ਸਿਰਫ ਮਾਈਨਰ ਚਾਰਜ ਕੈਰੀਅਰ ਦੇ ਕਰਕੇ ਕਰੰਟ ਚਲਾਉਂਦਾ, ਐਂਡ ਦੈਟ ਕਰੰਟ ਇਜ਼ ਕਾਲਡ ਐਸ ਡਾਰਕ ਕਰੰਟ। ਉਹਨੂੰ ਅਸੀਂ ਬੋਲਦੇ ਡਾਰਕ ਕਰੰਟ, ਠੀਕ ਆ। ਫੋਟੋ ਡਾਇਓਡ ਰਿਵਰਸ ਬਾਇਸ ਚ ਜਿਹੜਾ ਕਰੰਟ ਇਨ ਦ ਐਬਸੈਂਸ ਆਫ ਲਾਈਟ ਚਲਾਉਂਦਾ, ਦੈਟ ਇਜ਼ ਕਾਲਡ ਐਸ ਡਾਰਕ ਕਰੰਟ, ਉਹਨੂੰ ਅਸੀਂ ਡਾਰਕ ਕਰੰਟ ਬੋਲਦੇ ਹਾਂ, ਠੀਕ ਆ। ਤੁਸੀਂ ਇਹ ਗੱਲ ਨੋਟ ਕਰਨੀ ਤਾਂ ਕਰ ਵੀ ਸਕਦੇ ਹੋ ਸਕਦਾ ਇੱਥੇ ਦਿੱਤੀ ਹੋਵੇ ਕਿਤੇ ਬੁੱਕਸ ਦੇ ਵਿੱਚ, ਠੀਕ ਆ। ਮੈਂ ਲਿਖਵਾ ਵੀ ਦਿੰਦਾ ਤੁਹਾਨੂੰ, in the absence of light the reverse current is called as dark, reverse current ਨੂੰ ਮੈਂ dark current ਬੋਲਦਾ, reverse current is called as dark current। ਹੋ ਗਿਆ। ਨੰਬਰ 2, ਮੰਨ ਲਓ ਵੀ ਲਾਈਟ ਇਨਸੀਡੈਂਟ ਕਰਵਾਤੀ ਤਾਂ ਜਿਹੜੀ ਲਾਈਟ ਆਊਗੀ ਬੇਟਾ ਉਹ ਨਵੇਂ ਹੋਲ ਤੇ ਨਵੇਂ ਇਲੈਕਟ੍ਰੋਨ ਪ੍ਰੋਡਿਊਸ ਕਰੂਗੀ, ਨਵੇਂ ਹੋਲ ਤੇ ਨਵੇਂ ਇਲੈਕਟ੍ਰੋਨ ਕਰੰਟ ਵਧਾ ਦੇਣਗੇ। ਪਹਿਲਾਂ ਤਾਂ ਕਰੰਟ ਚੱਲਦਾ ਨਹੀਂ ਸੀ। ਅੱਛਾ, ਫਿਰ ਇੱਕ ਗੱਲ ਹੋਰ ਦੱਸਾਂ, ਪਹਿਲਾਂ ਤਾਂ ਕਰੰਟ ਚੱਲਦਾ ਨਹੀਂ ਸੀ, ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਵੀ ਡਾਰਕ ਕਰੰਟ ਦੀ ਵੈਲਿਊ ਕੋਈ ਪਾਰਟਿਕੂਲਰ ਵੈਲਿਊ ਹੋਊਗੀ। ਆ ਦੇਖੋ, ਮੰਨ ਲਓ ਆ ਮੈਂ ਇੱਕ ਗ੍ਰਾਫ ਬਣਾ ਦੇਣਾ, ਆ ਡਾਰਕ ਕਰੰਟ ਆ, ਇਹ ਕਰੰਟ ਉਹ ਕਰੰਟ ਆ ਜਿਹੜਾ ਕਿ ਆ ਫਸਟ ਵਾਲੀ ਲਾਈਨ, ਇਹ ਕੀ ਆ, ਇਹ ਡਾਰਕ ਕਰੰਟ ਆ। ਮੈਂ ਮੰਨ ਲਓ ਵੀ I1 ਇੰਟੈਂਸਿਟੀ ਦੀ ਲਾਈਟ ਲੈ ਕੇ ਆਇਆ, ਕਿਹੜੀ ਇੰਟੈਂਸਿਟੀ, ਇੱਥੇ ਸਮਾਲ i ਪਾ ਦਿੰਦਾ ਮੈਂ ਕਰੰਟ ਨੂੰ, ਮੈਂ ਕੈਪੀਟਲ I1 ਇੰਟੈਂਸਿਟੀ ਦੀ ਲਾਈਟ ਲੈ ਕੇ ਆਇਆ ਤਾਂ ਲਾਈਟ ਉਸ ਇੰਟੈਂਸਿਟੀ ਦੀ ਲਾਈਟ ਨੇ, ਤੁਹਾਨੂੰ ਵੀ ਪਤਾ ਵੀ ਜਿਹੜਾ ਜਿਹਦਾ ਫੋਟੋ ਇਲੈਕਟ੍ਰਿਕ ਇਫੈਕਟ ਸੀ, ਠੀਕ ਹੈ ਨਾ। ਜੇ ਇਲੈਕਟ੍ਰੋਨਸ ਦੀ ਗਿਣਤੀ ਜ਼ਿਆਦਾ ਹੋਊਗੀ ਇੰਟੈਂਸਿਟੀ ਤੇ ਡਿਪੈਂਡ ਕਰਦੀ, ਜੇ ਇੰਟੈਂਸਿਟੀ ਲਾਈਟ ਦੀ ਜ਼ਿਆਦਾ ਹੋਈ ਜ਼ਿਆਦਾ ਇਲੈਕਟ੍ਰੋਨ ਬਾਹਰ ਆਉਣਗੇ, ਜੇ ਇਨਸੀਡੈਂਟ ਲਾਈਟ ਦੀ ਇੰਟੈਂਸਿਟੀ ਘੱਟ ਹੋਈ ਤਾਂ ਘੱਟ ਇਲੈਕਟ੍ਰੋਨ ਬਾਹਰ ਆਉਣਗੇ। ਤਾਂ ਜਦੋਂ ਜ਼ਿਆਦਾ ਲਾਈਟ ਇੰਟੈਂਸਿਟੀ ਦੀ ਲਾਈਟ ਇਨਸੀਡੈਂਟ ਕਰਦੀ ਆ ਤਾਂ ਜ਼ਿਆਦਾ ਇਲੈਕਟ੍ਰੋਨ ਬਾਹਰ ਆਉਂਦੇ ਨੇ, ਕਰੰਟ ਜ਼ਿਆਦਾ ਚਲਾਉਂਦੇ ਆ। ਤਾਂ ਜੇ ਮੈਂ ਥੋੜੀ ਇੰਟੈਂਸਿਟੀ ਦੀ ਲਾਈਟ ਲਿਆਵਾਂ ਤਾਂ ਡਾਰਕ ਕਰੰਟ ਤੋਂ ਫਰਦਰ ਕਰੰਟ ਤਾਂ ਆ ਜਾਊਗਾ ਪਰ ਉਹ ਘੱਟ ਹੋਊਗਾ, ਤੇ ਜਿੱਦਾਂ ਜਿੱਦਾਂ ਮੈਂ ਇੰਟੈਂਸਿਟੀ ਇਨਕਰੀਜ਼ ਕਰੂੰਗਾ ਉਦਾਂ ਉਦਾਂ ਇਹ ਕਰੰਟ ਜਿਹੜਾ ਹੈਗਾ ਤੁਹਾਡਾ ਵੱਧਦਾ ਜਾਊ। ਇਹ ਮੇਰਾ ਰਿਵਰਸ ਬਾਇਸ ਦੇ ਵਿੱਚ ਆਹ ਦੇਖਿਓ, ਆਹ ਤਾਂ ਡਾਰਕ ਕਰੰਟ ਹੋ ਗਿਆ, ਠੀਕ ਆ। ਆਹ I1 ਇੰਟੈਂਸਿਟੀ ਹੋ ਗਈ, ਆਹ I2 ਇੰਟੈਂਸਿਟੀ ਹੋ ਗਈ। ਜੇ ਇੱਕ ਹੋਰ ਡਰਾ ਕਰਨੀ I3 ਵੀ ਕਰ ਦੇਣਾ ਵਿਚਾਲੇ ਕਿਤੇ, ਆ ਲਓ ਆਹ I2 ਹੋ ਗਈ, ਇਹਨੂੰ I3 ਲਿਖ ਦੇਣਾ। ਇੱਥੇ ਧਿਆਨ ਰੱਖਿਓ ਵੀ I3 ਜਿਹੜੀ ਆ ਇਹ ਗ੍ਰੇਟਰ ਦੈਨ I2 ਆ ਐਂਡ ਗ੍ਰੇਟਰ ਦੈਨ I1 ਆ। ਇਹ ਹੈ ਕੀ ਆ, these are intensities of incident light, intensities of incident light। ਡਾਰਕ ਕਰੰਟ ਦਾ ਫੰਡਾ ਜਿਹੜਾ ਆ ਇਹ ਸਿਰਫ ਫੋਟੋ ਡਾਇਓਡ ਚ ਹੁੰਦਾ, ਯਾਦ ਰੱਖਿਓ। ਜਦੋਂ ਲਾਈਟ ਇਨਸੀਡੈਂਟ ਕਰਦੀ ਨਹੀਂ ਇਹ ਉਦੋਂ ਆ ਕਰੰਟ, ਜਦੋਂ ਲਾਈਟ ਇਨਸੀਡੈਂਟ ਕਰਨ ਲੱਗ ਗਈ ਤਾਂ ਡਾਰਕ ਕਰੰਟ ਦੀ ਬਜਾਏ ਕਰੰਟ ਦੀ ਵੈਲਿਊ ਜਿਹੜੀ ਹੈ ਹੁਣ ਵਧਣ ਲੱਗ ਜੂਗੀ ਨੀਚੇ ਵੱਲ ਨੂੰ। I1 I2 I3 ਕਰੰਟ ਨਹੀਂ ਗੇ, ਇਹ ਇੰਟੈਂਸਿਟੀ ਆ, ਸਮਾਲ I ਕਰੰਟ ਆ, ਠੀਕ ਹੈ ਨਾ। ਇਧਰ ਵੱਲੋਂ ਕਰੰਟ ਨੀਚੇ ਵੱਲ ਨੂੰ ਵੱਧ ਰਿਹਾ, ਇਹ ਦੱਸ ਰਹੇ ਅਸੀਂ। ਮੈਨੂੰ ਪੂਰੀ ਉਮੀਦ ਹੈ ਤੁਹਾਡੇ ਕਲੀਅਰ ਹੋ ਗਿਆ ਫੋਟੋ ਡਾਇਓਡ। ਜੇ ਹਜੇ ਵੀ ਕਿਸੇ ਨੂੰ ਸ਼ੱਕ ਆ ਤਾਂ ਪੁੱਛ ਲਓ, ਬੋਲੋ ਬਈ। ਜਿੱਦਾਂ ਲਾਈਟ ਦੇਖੋ, ਜਿੱਦਾਂ LED ਆ, LED ਦੇ ਬਹੁਤ ਸਾਰੇ ਯੂਜ਼ ਆ, ਪਤਾ ਨਾ ਤੁਹਾਨੂੰ ਲਾਈਟ ਐਮਿਟਿੰਗ ਡਾਇਓਡ ਦੇ ਕਿੰਨੇ ਯੂਜ਼ ਆ। ਲਾਈਟ ਐਮਿਟਿੰਗ ਡਾਇਓਡ ਮੋਬਾਈਲ ਫੋਨਸ, ਕੈਮਰਾ, ਠੀਕ ਆ, ਇਲੈਕਟ੍ਰੀਕਲ ਅਪਲਾਇੰਸਿਸ ਔਰ ਜਿਹੜੀ ਹੈਗੀ ਆ ਇਲੈਕਟ੍ਰੋਨਿਕ ਡਿਵਾਈਸਿਸ,
ਜਿੱਦਾਂ ਅੱਜ ਕੱਲ੍ਹ LEDs ਆ ਰਹੀਆਂ, ਜਿਹੜੀਆਂ TV ਵਗੈਰਾ ਲੱਗੇ ਆ ਜਿਹੜੇ, ਠੀਕ ਆ, ਵੱਡੇ, ਉਹਨੂੰ ਵੀ LED ਬੋਲਦੇ ਆ। ਉਹਦੇ ਵਿੱਚ ਵੀ ਬੇਸਿਕਲੀ ਫੰਡਾ ਇਹੀ ਆ, ਠੀਕ ਆ। ਜਿੱਥੇ ਤੁਹਾਨੂੰ ਟਾਈਨੀ ਬਲਬ ਕੋਈ ਦਿਖੇ, ਲੈਪਟਾਪਸ ਹੋ ਗਏ, ਕੰਪਿਊਟਰਸ ਹੋ ਗਏ, ਉੱਥੇ ਵੀ ਇਹੀ ਹੈ। ਸਟਰੀਟ ਲਾਈਟਸ ਅੱਜ ਕੱਲ੍ਹ LED ਵਾਲੀਆਂ ਆ ਰਹੀਆਂ, ਦੇਖਿਓ ਤੁਸੀਂ, ਸਟਰੀਟ ਲਾਈਟਸ LED ਲੱਗੀਆਂ। ਅੱਛਾ, ਟ੍ਰੈਫਿਕ ਸਿਗਨਲ LED ਲੱਗੇ ਆ, ਯੈਲੋ ਤੇ ਜਿਹੜੇ ਗ੍ਰੀਨ ਵਾਲੇ ਔਰ ਰੈੱਡ ਵਾਲੇ ਜਿਹੜੇ ਟ੍ਰੈਫਿਕ ਸਿਗਨਲ, ਸਿੱਧਾ ਬਲਬ ਨਹੀਂ ਲੱਗਿਆ ਉਹ, ਠੀਕ ਆ। ਉਹ ਨਿੱਕੇ ਨਿੱਕੇ ਲਾਈਟਸ ਦੂਰੋਂ ਦਿਖਦੀਆਂ, ਪੂਰੀਆਂ ਤਿੱਖੀਆਂ, ਠੀਕ ਆ। ਪੁਰਾਣੇ ਜ਼ਮਾਨੇ 'ਚ ਬਲਬ ਜਗਾਉਂਦੇ ਹੁੰਦੇ ਸੀ, ਉਹ ਬਲਬ ਤਾਂ ਦੂਰੋਂ ਤੱਕ ਦਿਖਦਾ ਨਹੀਂ ਸੀਗਾ ਹੁੰਦਾ, ਠੀਕ ਆ। LED ਇਫੈਕਟਿਵ ਆ ਬਹੁਤ। ਕੈਲਕੂਲੇਟਰਸ ਦੇ ਜਿਹੜੇ ਹੁੰਦੇ ਆ ਉਹ ਸਾਰੇ LED ਹੁੰਦੇ, ਜਿਹੜੇ ਨਿੱਕੇ ਨਿੱਕੇ ਡਾਟਸ ਹੁੰਦੇ ਨਾ ਕੈਲਕੂਲੇਟਰ ਦੇ। ਮਤਲਬ ਜੇ ਮੰਨ ਲਓ 8 ਲਿਖਣਾ ਕੈਲਕੂਲੇਟਰ ਨੇ, ਤੇ ਕੈਲਕੂਲੇਟਰ ਦੇ ਵਿੱਚ 8 ਦੇ ਵਿੱਚ 7 LEDs ਹੁੰਦੀਆਂ, 1 2 3 4 5 6 ਐਂਡ 7। ਜਿਹੜੀਆਂ ਵੀ LED ਜਿੱਦਾਂ ਦੀ ਪ੍ਰੋਗਰਾਮਿੰਗ ਕੀਤੀ ਹੋਈ ਆ, ਉਸ ਹਿਸਾਬ ਨਾਲ LEDs ਗਲੋ ਕਰਦੀਆਂ, ਤੇ ਉਸ ਹਿਸਾਬ ਨਾਲ ਤੁਹਾਨੂੰ ਨੰਬਰ ਜਿਹੜਾ ਕੈਲਕੂਲੇਟਰ ਤੇ ਡਿਸਪਲੇ ਹੁੰਦਾ। ਡਿਸਪਲੇ ਯੂਨਿਟਸ ਜਿੰਨੀਆਂ ਹੈਗੀਆਂ ਸਾਰਿਆਂ 'ਚ LEDs ਹੁੰਦੀਆਂ। ਉਸੇ ਤਰੀਕੇ ਨਾਲ ਫੋਟੋ ਡਾਇਓਡ ਦਾ ਯੂਜ਼ ਆ ਬੇਟਾ, ਠੀਕ ਹੈ ਨਾ ਬੇਟਾ। ਫੋਟੋ ਡਾਇਓਡ ਉੱਥੇ ਯੂਜ਼ ਹੁੰਦੇ ਜਿੱਥੇ ਵੀ ਲਾਈਟ ਦੀ ਇੰਟੈਂਸਿਟੀ ਨੂੰ ਡਿਟੈਕਟ ਕਰਨਾ ਹੋਵੇ। ਕੋਈ ਲਾਈਟ ਆ ਰਹੀ ਹੈ, ਆਪਾਂ ਪਤਾ ਕਰਨਾ ਵੀ ਉਹ ਲਾਈਟ ਕਿੰਨੀ ਕੁ ਇੰਟੈਂਸਿਟੀ, ਜ਼ਿਆਦਾ ਇੰਟੈਂਸਿਟੀ ਦੀ, ਘੱਟ ਇੰਟੈਂਸਿਟੀ, ਆਪਾਂ ਉੱਥੇ ਫੋਟੋ ਡਾਇਓਡ ਯੂਜ਼ ਕਰਾਂਗੇ। ਫੋਟੋ ਡਾਇਓਡ ਦੇ ਨਾਲ ਜੇ ਤਾਂ ਸਰਕਟ ਦੇ ਵਿੱਚ ਕਰੰਟ ਇਹਨੇ ਜ਼ਿਆਦਾ ਮੇਜਰ ਕਰਤਾ, ਇਹਦਾ ਮਤਲਬ ਬਈ ਜਿਹੜੀ ਇੰਟੈਂਸਿਟੀ ਆ ਉਹ ਬਹੁਤ ਜ਼ਿਆਦੀ ਹੈ। ਜੇ ਇਹਨੇ ਕਰੰਟ ਘੱਟ ਮੇਜਰ ਕਰਕੇ ਦਿੱਤਾ ਤੁਹਾਨੂੰ, ਇਹਦਾ ਮਤਲਬ ਇੰਟੈਂਸਿਟੀ ਘੱਟ ਆ। ਫੋਲੋ ਕਰ ਰਹੇ ਆ? ਲਾਈਟ ਦੀ ਇੰਟੈਂਸਿਟੀ ਨੂੰ ਮੇਜਰ ਕਰਨ ਦਾ ਬੇਸਿਕ ਕੰਮ ਹੈ, ਇਹਦਾ ਬੇਸਿਕ ਫੰਡਾ ਆ, ਇਹ ਯਾਦ ਰੱਖਿਓ, ਠੀਕ ਹੈ। The basic application of photodiode is to measure intensity of incident light ਜਾਂ to detect the intensity of incident light। incident light ਦੀ intensity ਨੂੰ ਜੇ ਡਿਟੈਕਟ ਕਰਨਾ, ਉਹਦੇ ਵਾਸਤੇ ਆਪਾਂ ਇਹਦਾ ਯੂਜ਼ ਕਰਦੇ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ। ਫੋਲੋ ਕਰ ਰਹੇ ਗੱਲ ਨੂੰ ਕਿ ਨਹੀਂ ਕਰ ਰਹੇ? ਜਲਦੀ ਬੋਲੋ। ਇੱਕ ਤਾਂ ਕੱਲ ਸੋਲਰ ਸੈਲ ਤੇ ਇੱਕ ਤੁਹਾਨੂੰ ਮੈਂ ਕੱਲ ਕਰਵਾਉਂਗਾ ਜ਼ੀਨਰ ਡਾਇਓਡ ਐਜ਼ ਵੋਲਟੇਜ ਰੈਗੂਲੇਟਰ ਕਰਾ ਦੂੰਗਾ, ਠੀਕ ਆ। ਉਸ ਤੋਂ ਬਾਅਦ ਆਪਾਂ ਟ੍ਰਾਂजिस्टर ਤੇ ਚੱਲਣਾ। ਟ੍ਰਾਂजिस्टर ਬਹੁਤ ਅੱਛੇ ਹੈ। ਅੱਜ ਇੰਨਾ ਬਹੁਤ ਆ ਬੇਟਾ, ਠੀਕ ਹੈ ਨਾ। ਅਗਲੇ ਲੈਕਚਰ 'ਚ ਫਰਦਰ ਡਿਸਕਸ ਕਰਾਂਗੇ। ਕੰਮ ਕਰ ਲਿਓ ਬਸ, ਓਕੇ।